ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਫਿਰ ਸ਼ਾਹਾਂ ਪਾਤਸ਼ਾਹੋ ਨਿਹਚਲ ਚੌਰ ਛਤ पौड़ी बड़े बड़ा पार तेरा मर्तबा पंग निकल जप करतबा जिया अंदर जियो सब जान ला सब तेरा बस तेरा घर पला तेरे घर नंद दाई तुद घर मान मत तेजे अपनाया मिलिया सर्ब कला भरपूर दी सजत पता नानक दास दा खुद आ गए बिनवता तेरा जी तेरा नाम सत है श्री वाहे पौड़ी बड़ी हुडा बार तेरा मृतबा रंग बिरंग नेक न जापन करतबा जिया अंदर जियो सबके जान ला सबके तेरे वस तेरा घर पला तेरे घर आनंद बधाई तुद घर मान महता तेज अपना आप जर सर्व कला भरपूर दी सजत कता नानक दास संदा तुदे आगे बिनवता श्लोक पवन गुरु पाणी पिता माता धरत महत दिवस रात दोए दाई दाया खेलै सगल जगत चंगियाइयां बुरियाइयां वाचै धर्म दूर करमी आपो अपनी के नेड़े के दूर जिनी नाम ते आया गए मशक्कत काल नानक ते मुख उजले केती छुट्टी नाल वाहिगुरु जी का खालसा वाहिगुरु जी की फतेह। ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ
ਧਰਮ ਸ਼੍ਰੀ ਗੁਰੂ ਗੋਬਿੰਦ ਕਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਜਿਸ ਮਹਿ ਅਮਰਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਇਸ ਪ੍ਰਕਾਰ ਸੇਵਾ ਕਰੇ ਹਰ ਕ ਸ਼ੋਕ ਔਰ ਤਿਆਗ ਕਯੋ ਕਿਸੂ ਕੋ ਕਿਸੀ ਬਿਦ ਧਰੇ ਨ ਮਨ ਵੱਡ ਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ। ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸਤਿਗੁਰੂ ਜੀ ਦੀ ਕਲਿਆਣਕਾਰੀ ਕਥਾ ਬਹੁਤ ਹੀ ਅਦਬ ਸਤਕਾਰ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਕਾਲਣਾ ਧੰਨ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ 'ਚ ਸੇਵਾ ਕਰਦੇ ਹਨ। ਪੈਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਗਾਗਰ ਢੋਣ ਦੀ ਸੇਵਾ ਕਰਨੀ, ਗੁਰੂ ਕੇ ਲੰਗਰਾਂ ਵਿੱਚ ਲੱਕੜ ਲਿਆਉਣ ਦੀ ਸੇਵਾ ਕਰਨੀ, ਭਾਂਡੇ ਮਾਂਜਣ ਦੀ ਸੇਵਾ ਕਰਨੀ, ਸਤਿਗੁਰਾਂ ਦੇ ਬਸਤਰ ਧੋਣ ਦੀ ਸੇਵਾ ਕਰਨੀ, ਪੱਖਾ ਝੱਲਣ ਦੀ ਸੇਵਾ, ਸਤਿਗੁਰਾਂ ਦੇ ਚਰਨਾਂ ਵਿੱਚ ਕਿਵੇਂ ਸੇਵਾ ਕਰੀਦੀ ਆ ਉਹਦਾ ਪ੍ਰਕਾਰ ਕਰਕੇ ਖੁਦ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਨੂੰ ਦੱਸਿਆ। ਮਨ ਤਨ ਆਗੈ ਰਾਖ ਕੈ ਊਬੀ ਸੇਵ ਕਰੇ। ਉਹ ਸੇਵਾ ਕਿਵੇਂ ਕਰੀਦੀ ਆ ਉਹ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਕਰਕੇ ਸਾਨੂੰ ਦੱਸੀ। ਗੁਰੂ ਪਾਤਸ਼ਾਹ ਦੀ ਸੇਵਾ ਕਰਦਿਆਂ ਕਰਦਿਆਂ 12 ਸਾਲ ਬੀਤ ਗਏ ਨੇ। 12ਵੇਂ ਸਾਲ ਦੀ ਕਾਲਣਾ ਪਾਤਸ਼ਾਹ ਜੀ ਦੀ ਜਦੋਂ ਸੰਪੰਨ ਹੋਈ ਤੇ ਕਿਵੇਂ ਗੁਰੂ ਅੰਗਦ ਸਾਹਿਬ ਜੀ ਨੇ ਆਪਣੀ ਗੱਲ ਵਕੜੀ ਚ ਲਿਆ। ਆਮ ਕਰਕੇ ਕਿਹਾ ਜਾਂਦਾ ਵੀ 12 ਸਾਲਾਂ ਦਾ ਇੱਕ ਯੋਗ ਪੂਰਾ ਹੋ ਜਾਂਦਾ, ਵੀ 12 ਸਾਲ ਬੀਤ ਜਾਣ ਤੇ ਇੱਕ ਯੋਗ ਪੂਰਾ ਹੁੰਦਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤਾਂ ਹੈ ਨਹੀਂ ਯੋਗੀਆਂ ਵਿੱਚੋਂ ਮਹਾਨ ਯੋਗੀ, ਤਪਸਵੀਆਂ ਵਿੱਚੋਂ ਮਹਾਨ ਤਪਸਵੀ ਨੇ। ਆਓ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਣਾ ਧਿਆਨ ਜੋੜੀਏ
ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਉਂਦਿਆਂ ਆਖੀਏ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। दोहरा इस प्रकार सेवा करें हरक शोक और त्याग। ਧੰਨ ਗੁਰੂ ਅਮਰਦਾਸ ਸਾਹਿਬ ਜੀ ਇਸ ਪ੍ਰਕਾਰ ਨਾਲ ਸਤਿਗੁਰਾਂ ਦੀ ਸੇਵਾ ਕਰਦੇ ਹਨ। ਨਾ ਮਨ ਚ ਹਰਖ ਹੈ ਨਾ ਸੋਗ ਹੈ। ਕੋਈ ਸਿਫਤ ਕਰੇ ਖੁਸ਼ੀ ਨਹੀਂ ਹੁੰਦੀ, ਕੋਈ ਜੇ ਸਤਿਗੁਰਾਂ ਦੀ ਨਿੰਦਾ ਕਰਦਾ ਤਾਂ ਸੁਣ ਕੇ ਦੁੱਖ ਨਹੀਂ ਹੁੰਦਾ। ਹਰਖ ਤੇ ਸੋਗ ਦੋਨਾਂ ਵਿੱਚ ਇੱਕ ਸਮਾਨ ਬਿਰਤੀ ਰੱਖ ਕੇ ਸਤਿਗੁਰੂ ਜੀ ਸੇਵਾ ਕਰਦੇ ਹਨ। कयो किसु को किसी बिद धरे न मन बड़ भाग। ਕੋਈ ਕੀ ਆਖਦਾ ਕੋਈ ਕੀ ਕਹਿੰਦਾ ਉਹਦੇ ਵੱਲ ਮਹਾਰਾਜ ਜੀ ਖਿਆਲ ਨਹੀਂ ਕਰਦੇ, ਕਿਉਂਕਿ ਦੁਨੀਆ ਦੇ ਜਿੰਨੇ ਮੂੰਹ ਨੇ ਓਨੀਆਂ ਹੀ ਗੱਲਾਂ ਨੇ। ਕਈਆਂ ਦਾ ਸੁਭਾਅ ਹੁੰਦਾ ਵੀ ਕਮੀਆਂ ਪੇਸ਼ੀਆਂ ਹੀ ਕੱਢਣੀਆਂ ਹਨ। ਉਹਨਾਂ ਦੀ ਬਿਰਤੀ ਵਿੱਚ ਪਰਮੇਸ਼ਰ ਨੇ ਕਮੀ ਪਾਈ ਆ, ਉਹਨਾਂ ਨੂੰ ਕਮੀ ਦਿਸੀ ਜਾਣੀ। ਉਹਨਾਂ ਨੇ ਕਮੀਆਂ ਵਾਲੇ ਪਾਸੇ ਹੀ ਧਿਆਨ ਦੇਣਾ ਵੀ ਪੋਥੀ ਨੂੰ ਰੁਮਾਲਾ ਸਹੀ ਨਹੀਂ ਲੱਗਾ ਜਾਂ ਪੋਥੀ ਦਾ ਪ੍ਰਕਾਸ਼ ਸਹੀ ਨਹੀਂ ਹੋਇਆ। ਉਹਨਾਂ ਨੇ ਘਰਾਂ ਵਿੱਚ ਬੈਠਿਆਂ ਟੀਵੀਆਂ ਤੇ ਵੀ ਨਗੋਚੇ ਕੱਢੀ ਜਾਣੇ। ਬਿਰਤੀ ਜੋ ਹੈ ਪਰਮੇਸ਼ਰ ਨੇ ਉਹ ਬਿਰਤੀ ਉੱਥੇ ਬਣਾਈ ਹੈ ਵੀ ਤੁਸੀਂ ਕਮੀ ਵੇਖਣੀ ਹੈ, 1 ਘੰਟੇ ਦੀ ਕਥਾ ਨਹੀਂ ਸੁਣਨੀ। ਉਹਦੇ ਵਿੱਚ ਇਹ ਵੇਖਣਾ ਵੀ ਕਮੀ ਕਿੱਥੇ ਹੈ, ਵੀ ਉਹਨੂੰ ਨੋਟ ਕਰੀਏ, ਉਹ ਗ੍ਰਹਿਣ ਕਰੀਏ। ਪਰ ਕਹੀ ਜਾਵੇ ਕੋਈ ਜਿਸ ਤਰ੍ਹਾਂ ਦੀ ਵੀ ਬਿਰਤੀ ਕਿਸੇ ਦੀ ਹੈ ਉਹ ਤਾਂ ਅਸੀਂ ਬਦਲ ਨਹੀਂ ਨਾ ਸਕਦੇ। ਸਤਿਗੁਰੂ ਜੀ ਜਿਹੜੀ ਸੇਵਾ ਕਰਦੇ ਆ ਨਾ, ਕਈ ਉਪਮਾ ਕਰਨ ਵਾਲੇ ਵੀ ਨੇ, ਉਪਮਾ ਵੀ ਬੜੀ ਕਰਦੇ ਆ, ਕਈ ਨਿੰਦਾ ਕਰਦੇ ਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਦੋਨਾਂ ਦੇ ਵਿੱਚ ਇੱਕ ਸਮਾਨ ਬਿਰਤੀ ਰੱਖਦੇ ਨੇ। ਕੋਈ ਕੁਝ ਆਖੇ ਕੁਝ ਕਹੇ, ਆਪਣੇ ਰੰਗ ਵਿੱਚ ਰੰਗੇ ਹੋਏ ਸਾਹਿਬ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਦੇ ਨੇ। निशानी चंद घटा श्याम एक निशा में पसरियो अंधकारा। ਕਹਿੰਦੇ ਇੱਕ ਦਿਨ ਦਾ ਸਮਾਂ ਸੀ, ਪੋਹ ਦੀਆਂ ਸਰਦ ਰਾਤਾਂ ਨੇ, ਆਕਾਸ਼ ਵਿੱਚ ਕਾਲੇ ਰੰਗ ਦੀਆਂ ਘਟਾਵਾਂ ਛਾਈਆਂ ਹੋਈਆਂ ਨੇ, ਪੂਰਾ ਅੰਧਕਾਰ ਤੇ ਹਨੇਰਾ, ਹੱਥ ਵਿੱਚ ਹੱਥ ਪਸਾਰਿਆਂ ਨਜ਼ਰ ਨਹੀਂ ਆਉਂਦਾ। कोको बरखे बूंद तर कर दम कर डारा। ਥੋੜੀਆਂ ਥੋੜੀਆਂ ਬੂੰਦਾਂ ਕਿਤੇ ਕਿਤੇ ਡਿੱਗ ਰਹੀਆਂ ਸੀ, ਵਿਰਲੀਆਂ ਵਿਰਲੀਆਂ। ਸੰਘਣਾ ਮੀਂਹ ਨਹੀਂ ਸੀ ਪੈਂਦਾ, ਵਿਰਲੀਆਂ ਵਿਰਲੀਆਂ ਬੂੰਦਾਂ ਡਿੱਗ ਰਹੀਆਂ ਸੀ, ਪਰ ਉਹਦੇ ਨਾਲ ਚਿੱਕੜ ਹੋ ਗਿਆ ਸੀ ਜ਼ਮੀਨ ਤੇ। ਜਿਹੜੀਆਂ ਵਿਰਲੀਆਂ ਵਿਰਲੀਆਂ ਬੂੰਦਾਂ ਡਿੱਗ ਰਹੀਆਂ ਸਨ ਮੀਂਹ ਦੀਆਂ, ਉਹਨੇ ਸਾਰੇ ਪਾਸੇ ਕਰਦਮ ਕਰਦਮ ਕਹਿੰਦੇ ਨੇ ਗਾਰੇ ਨੂੰ, ਚਿੱਕੜ ਨੂੰ ਉਹਨੇ ਚਿੱਕੜ ਕਰ ਦਿੱਤਾ। ਸਰਦ ਕਾਲ ਪਾਲਾ ਪਰੇ ਤਨ ਸੁੱਕ ਚੇ ਸਾਰੇ। ਸਰਦ ਕਾਲ ਦਾ ਸਮਾਂ ਸੀ, ਯਾਨੀ ਕਿ ਸਰਦੀਆਂ ਦੇ ਦਿਨ ਸੀ, ਪੋਹ ਦਾ ਮਹੀਨਾ ਸੀ। ਬਹੁਤ ਜ਼ਿਆਦਾ ਪਾਲਾ ਤੇ ਠੰਡ ਪੈਂਦੀ ਹੈ, ਜਿਹਦੇ ਨਾਲ ਸਾਰਿਆਂ ਦੇ ਸਰੀਰ ਇਕੱਠੇ ਹੋ ਰਹੇ ਸੀ ਠੰਡ ਨਾਲ। ਸੁੱਕਚਿਆਂ ਦਾ ਮਤਲਬ ਵੀ ਠੰਡ ਨਾਲ ਸੁੰਗੜਦੇ ਜਾਂਦੇ ਸਨ ਲੋਕ। ਤੂਲ ਤੁਲਾਈ ਕੈ ਅਗਨ ਸੀਤੇ ਨਿਰਵਾਰੇ। ਇਸ ਠੰਡ ਤੋਂ ਬਚਣ ਵਾਸਤੇ ਕਈਆਂ ਨੇ ਰੂੰ ਦੀਆਂ ਭਰੀਆਂ ਰਜਾਈਆਂ ਤੇ ਤਲਾਈਆਂ ਥੱਲੇ ਪਾਈਆਂ, ਉੱਤੋਂ ਮੋਟੀਆਂ ਮੋਟੀਆਂ ਰਜਾਈਆਂ ਲਈਆਂ ਹੋਈਆਂ, ਔਰ ਕਈਆਂ ਨੇ ਆਪਣੇ ਕੋਲ ਅੱਗ ਦੀ ਅੰਗੀਠੀ ਬਾਲ ਕੇ ਧਰੀ ਹੋਈ ਹੈ। ਕਈਆਂ ਨੇ ਅੱਗ ਦਾ ਚੰਡਾ ਲਾਇਆ ਹੋਇਆ, ਅੱਗ ਦੀ ਧੂਣੀ ਲਾਈ ਹੋਈ ਹੈ, ਔਰ ਉਹਦੇ ਨਾਲ ਆਪਣੀ ਸਰਦੀ ਨੂੰ ਆਪਣੀ ਠੰਡ ਨੂੰ ਨਿਵਾਰ ਰਹੇ ਨੇ। ਰਹੀ ਜਾਮ ਜਬ ਜਾਮਨੀ ਪਾਮਜਨ ਕਾਲਾ। ਜਦੋਂ ਪੈਰ ਕਰਾਤ ਰਹੀ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਇਸ਼ਨਾਨ ਪਾਣ ਦਾ ਸਮਾਂ ਹੋਇਆ। ਚਲੇ ਕਲਸ ਲੈ ਹਾਥ ਮੈਂ ਆਲਸ ਕੋ ਟਾਲਾ। ਇਹੋ ਜੀ ਸਰਦੀ ਵਿੱਚ, ਇਹੋ ਜੇ ਠੰਡੇ ਪਾਲੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਲਸ਼ ਚੁੱਕਿਆ, ਘੜਾ ਚੁੱਕਿਆ, ਔਰ ਉਹ ਕਲਸ਼ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਬਿਨਾਂ ਕਿਸੇ ਆਲਸ ਤੋਂ
ਨਹੀਂ ਤਾਂ ਇਹੋ ਜੀ ਠੰਡ ਵਿੱਚ ਬਿਸਤਰਾ ਛੱਡਣਾ ਔਖਾ ਹੁੰਦਾ ਹੈ। ਪਾਤਸ਼ਾਹ ਨੇ ਆਪਣਾ ਨੇਮ ਨਿਭਾਇਆ, ਆਪਣਾ ਨੇਮ ਨਹੀਂ ਛੱਡਿਆ। ਤੋ ਪਾਤਸ਼ਾਹ ਨੇ ਕਲਸ਼ ਚੁੱਕਿਆ, ਘੜਾ ਚੁੱਕਿਆ ਪਾਣੀ ਵਾਲਾ, ਤੇ ਬਿਨਾਂ ਆਲਸ ਤੋਂ ਚੱਲ ਪਏ। ਭਰਿਓ ਜਾਏ ਸਿਰ ਪਰ ਧਰਿਓ ਹਟ ਆਵਨ ਲਾਗੇ। ਕਲਸ਼ ਜਾ ਕੇ ਪਾਣੀ ਵਿੱਚੋਂ ਦਰਿਆ ਚੋਂ ਭਰਿਆ ਔਰ ਉਹ ਆਪਣੇ ਸੀਸ ਤੇ ਮੋਢੇ ਤੇ ਧਰ ਕੇ ਪਾਤਸ਼ਾਹ ਜੀ ਚੱਲ ਪਏ ਵਾਪਸ ਪਿਛਾਂਹ ਨੂੰ। ਸਨੇ ਸਨੇ ਸ਼੍ਰੀ ਅਮਰ ਜੀ ਪਗ ਰਾਖੇ ਆਗੇ। ਰਾਤ ਦਾ ਸਮਾਂ ਸੀ, ਦੂਜਾ ਹਨੇਰੀ ਰਾਤ ਹੈ, ਬੱਦਲਵਾਈ ਹੈ, ਨਿੱਕੀਆਂ ਨਿੱਕੀਆਂ ਕਿਤੇ ਕਿਤੇ ਮੀਂਹ ਦੀਆਂ ਬੂੰਦਾਂ ਵੀ ਪੈਂਦੀਆਂ ਸੀ। ਇਸ ਕਰਕੇ ਦੂਜਾ ਸਤਿਗੁਰਾਂ ਦਾ ਸਰੀਰ ਬਿਰਧ ਹੈ। ਮਹਾਰਾਜ ਜੀ ਸਹਿਜੇ ਸਹਿਜੇ ਬਚਾ ਬਚਾ ਕੇ ਜ਼ਮੀਨ ਤੇ ਆਪਣਾ ਕਦਮ ਧਰਦੇ ਨੇ ਔਰ ਚੱਲੇ ਆ ਰਹੇ ਹਨ। ਫਿਸਲੇ ਪਗ ਕਲਸਾ ਗਿਰੇ ਜਲ ਪਹੁੰਚੇ ਨਾਈ। ਮਨ 'ਚ ਸੋਚਦੇ ਨੇ ਵੀ ਸਹਿਜੇ ਸਹਿਜੇ ਕਦਮ ਧਰੀਏ, ਕਿਤੇ ਤਿਲਕਣ ਬਾਜੀ ਹੈ, ਚਿੱਕੜ ਹੈ, ਤੇ ਇਹਦੇ ਵਿੱਚ ਪੈਰ ਫਿਸਲ ਨਾ ਜਾਵੇ। ਜੇ ਪੈਰ ਫਿਸਲ ਗਿਆ ਤੇ ਪਾਣੀ ਡੁੱਲ ਜਾਏਗਾ, ਜੇ ਜਲ ਡੁੱਲ ਗਿਆ ਤਾਂ ਸਤਿਗੁਰਾਂ ਦੇ ਇਸ਼ਨਾਨ 'ਚ ਵਿਘਨ ਪਵੇਗਾ। ਇਸ ਕਰਕੇ ਮਹਾਰਾਜ ਜੀ ਇਸ ਭੈ ਵਿੱਚ, ਇਸ ਡਰ ਵਿੱਚ ਜਾ ਰਹੇ ਹਨ। ਟਰੇ ਸਮੋ ਇਸ਼ਨਾਨ ਕੋ ਇਸ ਚਿੰਤਾ ਮਾਈ। ਕਿ ਕਿਤੇ ਸਤਿਗੁਰਾਂ ਦੇ ਇਸ਼ਨਾਨ ਦਾ ਵੇਲਾ ਨਾ ਟਲ ਜਾਏ। ਜੇ ਪਾਣੀ ਨਾ ਪਹੁੰਚੇਗਾ ਇਸ਼ਨਾਨ ਟਲ ਜਾਏਗਾ ਮਹਾਰਾਜ ਜੀ ਦਾ। ਕਿਤੇ ਸਤਿਗੁਰਾਂ ਦੇ ਇਸ਼ਨਾਨ 'ਚ ਵਿਘਨ ਨਾ ਪਵੇ, ਇਸ ਚਿੰਤਾ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਸਹਿਜੇ ਸਹਿਜੇ ਟੁਰੇ ਜਾ ਰਹੇ ਨੇ। ਧਰਮਸਾਲ ਕੇ ਪੰਥ ਮੈਂ ਘਰ ਹੁਤੋ ਜੁਲਾਹੇ। ਸਤਿਗੁਰੂ ਜੀ ਦੇ ਘਰ ਜਾਂਦਿਆਂ ਜਾਂਦਿਆਂ ਰਸਤੇ ਵਿੱਚ ਇੱਕ ਜੁਲਾਹੇ ਦਾ ਘਰ ਸੀ, ਜਿੱਥੋਂ ਮਹਾਰਾਜ ਜੀ ਰੋਜ਼ਾਨਾ ਲੰਘਦੇ ਸੀ। ਉਸ ਜੁਲਾਹੇ ਦੇ ਘਰ ਦੇ ਕੋਲੋਂ ਦੀ ਮਹਾਰਾਜ ਜੀ ਰੋਜ਼ਾਨਾ ਲੰਘ ਕੇ ਜਾਂਦੇ ਸਨ। ਗਿਰਿਓ ਨੀਰ ਤਿਨ ਤੇ ਤਹਾਂ ਕਰਦਮ ਬਹੁਤਾਏ। ਉਹ ਜੁਲਾਹੇ ਦੇ ਘਰ ਦੇ ਕੋਲੋਂ ਜਦੋਂ ਲੰਘਣ ਲੱਗੇ ਤੇ ਜੁਲਾਹੇ ਦੇ ਘਰ ਦੇ ਵਿੱਚੋਂ ਲੰਘਦੇ ਸੀ, ਕਿਉਂਕਿ ਆਲੇ ਦੁਆਲੇ ਤਾਂ ਕੋਈ ਕੰਧ ਨਹੀਂ ਸੀ, ਖੁੱਲਾ ਵਿਹੜਾ ਸੀ, ਗਲੀ ਦੇ ਨਾਲ ਮਿਲਿਆ ਹੀ ਹੋਇਆ ਸੀ। ਇੱਕ ਤਾਂ ਉਹਨਾਂ ਨੇ ਉਦਾਂ ਰਾਤ ਨੂੰ ਕਿਤੇ ਭਾਂਡੇ ਵਗੈਰਾ ਧੋ ਕੇ ਪਾਣੀ ਡੋਲਿਆ ਸੀ, ਦੂਜਾ ਮੀਂਹ ਪੈਂਦਾ ਸੀ। ਤੇ ਜਦੋਂ ਸਤਿਗੁਰੂ ਜੀ ਉੱਥੋਂ ਜਿੱਥੋਂ ਲੰਘ ਰਹੇ ਨੇ ਜੁਲਾਹੇ ਦੇ ਘਰੋਂ, ਤੇ ਉੱਥੇ ਚਿੱਕੜ ਸੀ, ਪੈਰ ਉੱਥੇ ਫਿਸਲਣ ਵਾਲਾ ਸੀ, ਚੀਕਣੀ ਮਿੱਟੀ ਹੈ। ਮੰਦ ਮੰਦ ਬੂੰਦਨ ਗਿਰੇ ਪੁਨ ਪੰਕ ਸੋਈਆਂ ਤੇ। ਪਹਿਲਾਂ ਹੀ ਉੱਥੇ ਚਿੱਕੜ ਸੀ, ਉੱਤੋਂ ਬੂੰਦਾਂ ਪੈਂਦੀਆਂ ਸੀ, ਮੀਂਹ ਪੈਂਦਾ ਸੀ, ਜਿਸ ਕਰਕੇ ਗਾਰਾ ਹੋ ਰਿਹਾ ਹੈ। ਅਧਿਕ ਅੰਧੇਰੋ ਹੋਏ ਰਹਿਓ ਮਗ ਲਖਿਓ ਨਯਾਂ ਤੇ। ਇੱਕ ਹਨੇਰਾ ਬਹੁਤ ਜ਼ਿਆਦਾ ਸੀ, ਰਸਤਾ ਨਜ਼ਰ ਨਹੀਂ ਸੀ ਆ ਰਿਹਾ, ਪੈਰ ਕਿੱਥੇ ਧਰਨਾ, ਅੱਗੇ ਜ਼ਮੀਨ ਨਜ਼ਰ ਨਹੀਂ ਸੀ ਆਉਂਦੀ। ਇੱਕ ਕਰੀਰ ਕੋ ਕਿਲਕ ਤੈ ਛਿਤ ਗੱਡਿਓ ਜੁਲਾਹੇ। ਜੁਲਾਹੇ ਨੇ ਖੱਡੀ ਤੇ ਕੱਪੜਾ ਬੁਣਨ ਵਾਸਤੇ ਨਾ ਉੱਥੇ ਹੀ ਇੱਕ ਕਰੀਰ ਦਰਖਤ ਹੁੰਦਾ ਹੈ, ਕਰੀਰ ਦੇ ਦਰਖਤ ਦੀ ਇੱਕ ਕਿੱਲੀ ਜਿਹੜੀ ਸੀ ਉਹ ਥੱਲੇ ਜ਼ਮੀਨ 'ਚ ਗੱਡੀ ਹੋਈ ਸੀ ਧਾਗਾ ਬੰਨਣ ਲਈ। ਚੀਰ ਬੁਨੇ ਤਿਸ ਬਾਂਧ ਕਰ ਕੁੰਬਲ ਪੁਨ ਮਾਏ। ਤੇ ਨਾਲ ਹੀ ਉਹਨੇ ਖੱਡੀ ਲਾਈ ਸੀ, ਉਹਦੇ ਨਾਲ ਧਾਗਾ ਬੰਨ ਕੇ ਰੋਜ਼ਾਨਾ ਉਹ ਕੱਪੜਾ ਬੁਣਦਾ ਸੀ। ਉਹ ਕਿੱਲੀ ਵਿਹੜੇ ਦੇ ਵਿੱਚ ਹੀ ਗੱਡੀ ਹੋਈ ਸੀ। ਆਏ ਜਬ ਸ਼੍ਰੀ ਅਮਰ ਤੈ ਪਗ ਕੀਲੇ ਲਾਗਾ। ਜਦੋਂ ਸਤਿਗੁਰੂ ਚਲਦੇ ਚਲਦੇ ਉੱਥੇ ਆਏ, ਹੁਣ ਅੱਗੇ ਨਜ਼ਰ ਨਹੀਂ ਸੀ ਆਉਂਦਾ ਹਨੇਰੇ ਕਰਕੇ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਚਰਨ ਉਸ ਕਿੱਲੀ ਦੇ ਵਿੱਚ ਵੱਜਾ, ਜਿਵੇਂ ਠੁੱਡਾ ਵੱਜਦਾ ਨਾ, ਏਦਾਂ ਉਸ ਕਿੱਲੀ ਨਾਲ ਮਹਾਰਾਜ ਜੀ ਦਾ ਪੈਰ ਅੜ ਗਿਆ ਤੇ ਠੁੱਡਾ ਵੱਜ ਗਿਆ। ਨਿਕਟ ਗਿਰੇ ਕੁੰਬਲ ਵਿਖੇ ਨੈ ਸੰਭਲ ਆਗਾ। ਇੰਨਾ ਜ਼ਿਆਦਾ ਜ਼ੋਰ ਨਾਲ ਪੈਰ ਅੜਿਆ ਕਿ ਸਤਿਗੁਰੂ ਜੀ ਕੋਲੋਂ ਆਪਣਾ ਸਰੀਰ ਨਹੀਂ ਸੰਭਾਲ ਹੋਇਆ ਤੇ ਜ਼ਮੀਨ ਤੇ ਡਿੱਗ ਪਏ। ਲਾਗੇ ਹੀ ਖੱਡੀ ਸੀ, ਖੱਡੀ ਦੇ ਨੇੜੇ ਹੀ ਮਹਾਰਾਜ ਥੱਲੇ ਜ਼ਮੀਨ ਦੇ ਉੱਤੇ ਡਿੱਗ ਪਏ। ਕਲਸ ਬਚਾਵਨ ਕਾਰਨੇ ਬਲਕੀਨ ਬਡੇਰਾ। ਪਾਤਸ਼ਾਹ ਨੇ ਸਰੀਰ ਦੀ ਪਰਵਾਹ ਨਹੀਂ ਕੀਤੀ ਵੀ ਸਰੀਰ ਡਿੱਗੇਗਾ, ਬਿਰਧ ਅਵਸਥਾ ਹੈ ਤੇ ਸਰੀਰ ਦਾ ਕੋਈ ਅੰਗ ਨਾ ਭੰਗ ਹੋਵੇ, ਇਹਦੀ ਪਰਵਾਹ ਨਹੀਂ ਕੀਤੀ। ਪਾਤਸ਼ਾਹ ਡਿੱਗਦੇ ਡਿੱਗਦੇ ਵੀ ਪਾਣੀ ਵਾਲਾ ਜਿਹੜਾ ਕਲਸ਼ ਹੈ ਉਹ ਸੰਭਾਲਦੇ ਨੇ ਵੀ ਕਿਤੇ ਪਾਣੀ ਨਾ ਡੁੱਲ ਜਾਏ, ਇਹ ਜਲ ਨਾ ਡੁੱਲ ਜਾਏ, ਕਿਉਂਕਿ ਸਤਿਗੁਰਾਂ ਦਾ ਇਸ਼ਨਾਨ ਕਰਵਾਉਣਾ ਹੈ।
नीर न गिरने दीन तिस थंबेऊ तिस बेरा। ਮਹਾਰਾਜ ਜੀ ਨੇ ਕਿਸੇ ਤਰੀਕੇ ਆਪ ਭਾਵੇਂ ਡਿੱਗ ਪਏ ਪਰ ਉਹ ਪਾਣੀ ਦਾ ਕਲਸ਼ ਨਹੀਂ ਟੇਢਾ ਹੋਣ ਦਿੱਤਾ, ਉਹ ਪਾਤਸ਼ਾਹ ਨੇ ਬਚਾ ਲਿਆ, ਪਾਣੀ ਨਹੀਂ ਰੁੜਨ ਦਿੱਤਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ। नीट नीट कलसा तबे सिरे ऊपर राखेओ। ਪਾਤਸ਼ਾਹ ਜੀ ਉੱਠ ਖਲੋਤੇ ਤੇ ਸਹਿਜੇ ਸਹਿਜੇ ਪਾਣੀ ਦਾ ਕਲਸ਼, ਉਮਰ ਬਿਰਧ ਅਵਸਥਾ ਹੈ ਤੇ ਸਹਿਜੇ ਸਹਿਜੇ ਉਹ ਪਾਣੀ ਦਾ ਕਲਸ਼ ਮਹਾਰਾਜ ਜੀ ਨੇ ਆਪਣੇ ਸੀਸ ਤੇ ਧਰਿਆ। मज्जन को ने बिलम हुए गुरदिश अबिलाखेओ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਵੱਲ ਜਾਣ ਦੀ ਅਭਿਲਾਖਾ ਹੈ ਕਿ ਕਿਤੇ ਸਤਿਗੁਰਾਂ ਦੇ ਇਸ਼ਨਾਨ ਵਿੱਚ ਦੇਰੀ ਨਾ ਹੋ ਜਾਏ। ਜਿਹੜੇ ਵੇਲੇ ਪਾਤਸ਼ਾਹ ਇਸ਼ਨਾਨ ਕਰਦੇ ਨੇ ਵੀ ਉਹ ਵੇਲਾ ਕਿਤੇ ਖੁੰਝ ਨਾ ਜਾਏ, ਕਿਤੇ ਸਤਿਗੁਰਾਂ ਦਾ ਇਸ਼ਨਾਨ ਨਾ ਲੇਟ ਹੋ ਜਾਏ। ਇਸ ਭਾਵਨਾ ਨਾਲ ਸਤਿਗੁਰੂ ਜੀ ਵੱਲ ਗੁਰੂ ਅਮਰਦਾਸ ਸਾਹਿਬ ਜੀ ਚੱਲ ਪਏ। परी जुलाई सदन में अरहुतो जुलाहा। ਉਸੇ ਘਰ ਵਿੱਚ ਜੁਲਾਈ ਤੇ ਜੁਲਾਹ ਅੰਦਰ ਸੁੱਤੇ ਪਏ ਸੀ। ਸਰਦੀਆਂ ਦਾ ਮੌਸਮ ਹੈ, ਮੌਸਮ ਦੇ ਵਿੱਚ ਬਹੁਤ ਸਾਰੀ ਜ਼ਿਆਦਾ ਕੜਾਕੇ ਦੀ ਠੰਡ ਪੈਂਦੀ ਹੈ। ਉਹ ਜੁਲਾਈ ਤੇ ਜੁਲਾਹ ਨੇ ਅੰਦਰ ਖੜਾਕ ਸੁਣਿਆ। पयो कड़क सुन कै शब्द बाहर को आहा। ਉਹ ਖੜਾਕ ਜਦੋਂ ਸੁਣਿਆ ਤੇ ਜੁਲਾਇਆ ਬੋਲਿਆ ਉੱਚੀ ਆਵਾਜ਼ ਵਿੱਚ, ਕਹਿੰਦਾ ਕੌਣ ਆ ਬਾਹਰ? ਰਾਤ ਦਾ ਜੋ ਵੇਲਾ ਸੀ, ਅੰਮ੍ਰਿਤ ਵੇਲਾ ਸੀ। ਖੜਾਕ ਸੁਣ ਕੇ ਜੁਲਾਇਆ ਬੋਲਿਆ, ਕੌਣ ਹੈ ਇਸ ਵਕਤ ਬਾਹਰ? ਇੰਨੇ ਹਨੇਰੇ ਵਿੱਚ ਠੰਡ ਪੈਂਦੀ ਹੈ। गिरियो कौन इस थल बिखे तस्कर है को। ਕੌਣ ਡਿੱਗਿਆ ਇਸ ਜਗ੍ਹਾ ਤੇ ਭਾਈ? ਕੋਈ ਚੋਰ ਤਾਂ ਨਹੀਂ? ਏਦਾਂ ਆਵਾਜ਼ ਮਾਰੀ ਜੁਲਾਏ ਨੇ। ਕੌਣ ਡਿੱਗਾ ਇਸ ਜਗ੍ਹਾ ਤੇ? ਧੜਮ ਦੇ ਕੇ ਡਿੱਗਣ ਦੀ ਆਵਾਜ਼ ਆਈ ਹੈ, ਕੋਈ ਚੋਰ ਤਾਂ ਨਹੀਂ। किदों अपर मानव आए उत्तर देव सो। ਜੇ ਕੋਈ ਚੋਰ ਹੈ ਤਾਂ ਵੀ ਦੱਸ ਦੇ, ਜੇ ਕੋਈ ਹੋਰ ਬੰਦਾ ਤਾਂ ਵੀ ਆਪਣੇ ਬਾਰੇ ਦੱਸ ਦਿਓ ਕੌਣ ਹੈ। सुनियो जुलाहे को पनियो श्री अमर बतायो। ਜੁਲਾਏ ਦੀ ਬੋਲੀ ਸੁਣ ਕੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬੋਲੇ, ਆਪਣੇ ਬਾਰੇ ਦੱਸਿਆ। मैं सतगुर को दास हूं ले भेजा ले आयो। ਕਹਿਣ ਲੱਗੇ ਵੀ ਮੈਂ ਆ ਸਤਿਗੁਰੂ ਜੀ ਦਾ ਦਾਸ, ਗੁਰੂ ਅੰਗਦ ਦੇਵ ਸਾਹਿਬ ਦਾ, ਤੇ ਪਾਣੀ ਭਰਨ ਵਾਸਤੇ, ਜਲ ਭਰਨ ਵਾਸਤੇ ਆਇਆ ਸੀ। कौन दास इस काल में पाला अंधकारा। ਜੁਲਾਇਆ ਫਿਰ ਬੋਲਿਆ, ਕਹਿੰਦਾ ਇਸ ਵੇਲੇ ਕਿਹੜਾ ਦਾਸ ਹੈ ਗੁਰੂ ਜੀ ਦਾ? ਇੰਨਾ ਪਾਲਾ ਪੈਂਦਾ ਠੰਡ ਵਿੱਚ, ਲੋਕ ਅੰਦਰ ਰਜਾਈਆਂ 'ਚ ਪਏ ਕੰਬੀ ਜਾਂਦੇ ਨੇ, ਵੀ ਤੂੰ ਕਿਹੜਾ ਦਾਸ ਹੈ ਵੀ ਇੰਨੀ ਠੰਡ ਵਿੱਚ ਬਾਹਰ ਪਾਣੀ ਢੋਂਦਾ ਫਿਰਦਾ ਰਾਤ ਦੇ ਵੇਲੇ। बूंदा बरखत कन कटा अवनी पर गारा। ਫਿਰ ਮੀਂਹ ਪਿਆ ਪੈਂਦਾ ਤੇ ਜ਼ਮੀਨ ਗਾਰਾ ਹੋਈ ਹੋਈ ਹੈ, ਭਾਵ ਚਿੱਕੜ ਹੋਇਆ ਰਸਤਿਆਂ ਵਿੱਚ। सुनत जुलाही ने पनियो और न अस को। ਜੁਲਾਇਆ ਜਦੋਂ ਬੋਲ ਰਿਹਾ ਸੀ, ਲਾਗੇ ਹੀ ਜੁਲਾਈ, ਉਹਨੇ ਜਦੋਂ ਸੁਣਿਆ ਤੇ ਉਹ ਬੋਲੀ, ਬੋਲ ਕੇ ਉੱਚੀ ਆਵਾਜ਼ 'ਚ ਕਹਿਣ ਲੱਗੀ, ਕੌਣ ਹੋਣਾ ਹੈ ਇਸ ਵੇਲੇ ਭਲਾ? निरथावा अमरू फिरे इस छिनोए सो। ਉਸ ਜੁਲਾਈ ਨੇ ਮੇਰੇ ਪਾਤਸ਼ਾਹ ਦਾ ਅੱਧਾ ਨਾਂ ਲਿਆ। ਕਹਿਣ ਲੱਗੀ ਇਸ ਵੇਲੇ ਹੋਰ ਕੌਣ ਹੋਣਾ? ਇੱਕੋ ਹੋਣਾ, ਨਿਰਥਾਵਾ ਅਮਰੂ। ਸਤਿਗੁਰੂ ਸੱਚੇ ਪਾਤਸ਼ਾਹ ਦਾ ਨਾਂ ਏਦਾਂ ਅਧੂਰਾ ਜਿਹਾ ਲਿਆ ਇਹਨੇ, ਬੜੇ ਕੱਚੇ ਪਿੱਲੇ ਜੇ ਬੋਲ ਬੋਲੇ। निस दिन इसको चैन ने इते उत नित डोले। ਤੂੰ ਰਾਤ ਦਿਨ ਚੈਨ ਹੀ ਕੋਈ ਨਹੀਂ, ਦੌੜਿਆ ਹੀ ਫਿਰਦਾ, ਨਾ ਦਿਨੇ ਚੈਨ ਹੈ ਇਹਨੂੰ, ਨਾ ਰਾਤ ਨੂੰ ਚੈਨ ਹੈ। खाए पेट नित परत कैसो ने बोले। ਗੁਰੂ ਘਰ ਦੇ ਵਿੱਚ ਆ ਕੇ ਪੇਟ ਭਰ ਕੇ ਖਾ ਛੱਡਦਾ, ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਦਾ। कुल ग्रह तज उपहास से रहे तपे नजीका। ਆਪਣੀ ਕੁਲ ਦਾ, ਆਪਣੇ ਗ੍ਰਹਿ ਦਾ ਸਭ ਲਾਜ ਸ਼ਰਮ ਛੱਡ ਕੇ ਇੱਥੇ ਤਪੇ ਕੋਲ ਬੈਠਾ ਰਹਿੰਦਾ। ਗੁਰੂ ਅੰਗਦ ਸਾਹਿਬ ਨੂੰ ਤਪਾ ਕਹਿੰਦੀ ਹੈ, ਕਹਿੰਦੀ ਇੱਥੇ ਤਪੇ ਦੇ ਕੋਲ ਬਹਿ ਰਹਿੰਦਾ, ਆਪਣੀ ਕੁਲ ਤੇ ਆਪਣੇ ਘਰ ਦੀ ਸਾਰੀ ਲਾਜ ਛੱਡੀ ਹੋਈ ਹੈ ਇਹਨੇ। जग की लाज न कुछ करे कै बुरा के नीका। ਲੋਕਾਂ ਦੀ ਕੋਈ ਲਾਜ ਨਹੀਂ ਰੱਖਦਾ, ਭਾਵੇਂ ਕੋਈ ਚੰਗਾ ਕਵੇ ਭਾਵੇਂ ਕੋਈ ਮਾੜਾ ਕਵੇ, ਕਿਸੇ ਨੂੰ ਜਵਾਬ ਨਹੀਂ ਦਿੰਦਾ।
ਲੋਕ ਲਾਜ ਤੋਂ ਰਹਿਤ ਹੋ ਕੇ ਰਹਿੰਦਾ ਹੈ। ਸੁਨ ਬੋਲੇ ਸ਼੍ਰੀ ਅਮਰ ਜੀ ਮੈਂ ਨਹੀਂ ਨਿਥਾਵਾ। ਜਦੋਂ ਜੁਲਾਈ ਨੇ ਕਿਹਾ ਨਾ ਇੱਕੋ ਨਿਰਥਾਵਾ ਹੋਣਾ, ਤੇ ਸੁਣ ਕੇ ਮੇਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਬੋਲੇ ਮੈਂ ਨਹੀਂ ਨਿਥਾਵਾ, ਮੈਂ ਹੁਣ ਨਿਥਾਵਾ ਨਹੀਂ ਰਿਹਾ, ਮੈਂ ਹੁਣ ਨਿਥਾਵਾ ਨਹੀਂ ਹਾਂ। ਸੇਵਿਓ ਸਤਿਗੁਰ ਸਭ ਬੜੋ ਸ਼ੁਭ ਸ਼ੁਭਤ ਸੁਭਾਵਾ। ਸਭ ਤੋਂ ਵੱਡੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਮੈਂ ਸੇਵਾ ਕੀਤੀ ਹੈ, ਜਿਨ੍ਹਾਂ ਦੀ ਸੇਵਾ ਕਰਕੇ ਜਿਹੜੇ ਨੇਕ ਸੋਭਾ ਵਾਲੇ ਤੇ ਸੁਭਾਅ ਵਾਲੇ ਹਨ। ਤੂੰ ਕਮਲੀ ਹੋਏ ਕਹਤੇ ਬੁੱਧ ਹਿਰਦੇ ਨਾ ਕੋਈ। ਇਹ ਕਮਲੀਏ ਤੈਨੂੰ ਸੋਝੀ ਨਹੀਂ, ਤੂੰ ਇਹੋ ਜਿਹੇ ਬੋਲ ਬੋਲਦੀ ਹੈ ਕਿ ਆਪਣੀ ਲੋਕ ਆਪਣੇ ਕੁੱਲ ਦੀ ਲਾਜ ਛੱਡ ਕੇ ਇੱਥੇ ਬੈਠਾ। ਇੱਥੇ ਬੈਠਣ ਵਾਲਿਆਂ ਨੂੰ ਤਾਂ ਇੱਜ਼ਤ ਸੋਭਾ ਨੇਕ ਵਡਿਆਈ ਪ੍ਰਾਪਤ ਹੁੰਦੀ ਹੈ। ਮੈਂ ਹੁਣ ਨਿਥਾਵਾ ਨਹੀਂ ਰਿਹਾ, ਮੈਨੂੰ ਮੇਰੇ ਸਤਿਗੁਰਾਂ ਦੇ ਚਰਨਾਂ 'ਚ ਥਾਂ ਮਿਲ ਗਈ ਹੈ ਕਮਲੀਏ। ਨਹੀਂ ਮਹਾਤਮ ਕੋ ਲਖਿਓ ਦਾਤਾ ਜਗ ਜੋਈ। ਤੂੰ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਦਾ ਮਹਾਤਮ ਨਹੀਂ ਜਾਣਿਆ, ਜਿਹੜੇ ਸਾਰੇ ਜਗਤ ਦੇ ਦਾਤੇ ਹਨ, ਜੋ ਸਾਰੇ ਸੰਸਾਰ ਦੇ ਮਾਲਕ ਨੇ, ਤੂੰ ਉਹਨਾਂ ਦਾ ਮਹਾਤਮ ਨਹੀਂ ਜਾਣਿਆ। ਇਮ ਕੈ ਸਿਰ ਪਰ ਕਲਸ ਲੈ ਆਏ ਨਿਜ ਥਾਨਾ। ਏਦਾਂ ਕਹਿ ਕੇ ਸਤਿਗੁਰੂ ਜੀ ਨੇ ਉਹ ਕਲਸ਼ ਆਪਣੇ ਸੀਸ ਤੇ ਚੁੱਕਿਆ ਔਰ ਚੱਕ ਕੇ ਆਪਣੇ ਨਿਜ ਸਥਾਨ ਤੇ ਆਏ। ਆਗੇ ਸ਼੍ਰੀ ਅੰਗਦ ਗੁਰੂ ਚੈ ਕਰਿਓ ਇਸ਼ਨਾਨਾ। ਅੱਗੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਉਡੀਕ ਰਹੇ ਸਨ, ਇਸ਼ਨਾਨ ਕਰਨ ਵਾਸਤੇ ਤਿਆਰ ਬੈਠੇ ਸਨ। ਚੌਕੀ ਪਰ ਤਬ ਖਰੋ ਤੇ ਸੁਨ ਸ਼੍ਰੋਨ ਬਿਰਤੰਤਾ। ਮਹਾਰਾਜ ਜੀ ਚੌਂਕੀ ਤੇ ਖੜੇ ਸੀ ਇਸ਼ਨਾਨ ਕਰਨ ਵਾਲੀ ਤੇ ਜਿਹੜੀਆਂ ਉੱਥੇ ਬਾਤਾਂ ਹੋ ਰਹੀਆਂ ਨੇ ਸਭ ਗੁਰੂ ਅੰਗਦ ਦੇਵ ਸਾਹਿਬ ਜੀ ਖਲੋਤੇ ਸੁਣ ਰਹੇ ਨੇ। ਜੋ ਜੁਲਾਈ ਨੇ ਬੋਲਿਆ, ਜੋ ਜੁਲਾਈ ਨੇ ਕਿਹਾ, ਜੁਲਾਈ ਨੇ ਆਖਿਆ, ਤੇ ਜੋ ਜਵਾਬ ਗੁਰੂ ਅਮਰਦਾਸ ਸਾਹਿਬ ਨੇ ਦਿੱਤਾ, ਹਰ ਇੱਕ ਬਾਤ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸੁਣੀ। ਅਤ ਤ੍ਰਿਤ ਜਾਨੀ ਦਾਸ ਮੈਂ ਚਾਹਤ ਪਰਖੰਤਾ। ਆਪਣੇ ਦਾਸ ਦੇ ਅੰਦਰ ਮਹਾਨ ਧੀਰਜ ਵੇਖਿਆ ਗੁਰੂ ਅੰਗਦ ਸਾਹਿਬ ਨੇ। ਉਹ ਪਰਖਣਾ ਹੀ ਚਾਹੁੰਦੇ ਸਨ, ਵੇਖਣਾ ਹੀ ਚਾਹੁੰਦੇ ਸਨ। ਆਇਓ ਨਿਕਟ ਬਤਾਏ ਨੇ ਲਗ ਸੇਵ ਸੁਜਾਨਾ। ਗੁਰੂ ਅਮਰਦਾਸ ਸਾਹਿਬ ਜੀ ਕੋਲ ਆਏ, ਜਲ ਨਾਲ ਇਸ਼ਨਾਨ ਕਰਾਇਆ। ਉਹਨਾਂ ਨੇ ਨਹੀਂ ਦੱਸਿਆ ਮਹਾਰਾਜ ਜੀ ਨੂੰ ਕਿ ਮਹਾਰਾਜ ਰਸਤੇ 'ਚ ਮੈਂ ਡਿੱਗ ਪਿਆ ਸਾਂ। ਜੁਲਾਈ ਨੇ ਕੀ ਬੋਲੇ ਨੇ, ਜੁਲਾਈ ਨੇ ਚੋਰ ਕਿਹਾ, ਕੋਈ ਬਚਨ ਆ ਕੇ ਸਤਿਗੁਰਾਂ ਨੂੰ ਨਹੀਂ ਦੱਸਿਆ। ਬਸ ਚੁੱਪਚਾਪ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੇਵਾ ਵਿੱਚ ਲੱਗ ਗਏ। ਅੱਜ ਦਾ ਕੋਈ ਸਿੱਖ ਹੁੰਦਾ ਕਈ ਤਰ੍ਹਾਂ ਦੇ ਮਹਾਰਾਜ ਜੀ ਨੂੰ ਲਾਂਭੇ ਦਿੰਦਾ। ਵੇਖੋ ਜੀ ਤੁਹਾਡੀ ਸੇਵਾ ਕਰਦਿਆਂ ਫਲਾਣੇ ਨੇ ਮੈਨੂੰ ਆਹ ਆਖਿਆ, ਫਲਾਣਾ ਸੇਵਾਦਾਰ ਮੈਨੂੰ ਘੂਰਦਾ ਸੀ, ਉਹਨੇ ਅੱਗੇ ਮੇਰੇ ਆ ਕੇ ਮੈਨੂੰ ਰੋਕ ਲਿਆ ਸੀ, ਕਈ ਸ਼ਿਕਾਇਤਾਂ ਲਾਉਣੀਆਂ ਸੀ। ਗੁਰਦੁਆਰਾ ਸਾਹਿਬ ਦਾ ਕੋਈ ਉਦੋਂ ਕੋਈ ਪ੍ਰਬੰਧਕ ਹੁੰਦਾ, ਉੱਥੇ ਜਾ ਕੇ ਬਹਿ ਕੇ ਕਈ ਸ਼ਿਕਾਇਤਾਂ ਲਾਣੀਆਂ ਸੀ ਪ੍ਰਬੰਧਕਾਂ ਦੇ ਕੋਲੇ। ਮਹਾਰਾਜ ਜੀ ਸੇਵਾ ਦਾ ਪ੍ਰਕਾਰ ਦੱਸਦੇ ਹੈ ਕਿ ਸਾਡਾ ਮਕਸਦ ਗੁਰੂ ਨਾਲ ਹੈ। ਸਤਿਗੁਰੂ ਜੀ ਦੀ ਸੇਵਾ ਕਰਦਿਆਂ ਆਪਣਾ ਆਪ ਗੁਰੂ ਅੱਗੇ ਸਮਰਪਣ ਕਰਨਾ। ਕੋਈ ਕੀ ਆਖਦਾ, ਕੋਈ ਕੀ ਕਹਿੰਦਾ, ਉਸ ਪਾਸੇ ਸਿੱਖ ਦਾ ਧਿਆਨ ਨਾ ਹੋਵੇ। ਸਿੱਖ ਦਾ ਧਿਆਨ ਕੇਵਲ ਆਪਣੇ ਗੁਰੂ ਦੇ ਚਰਨਾਂ ਵੱਲ ਹੋਵੇ। ਗੁਰੂ ਅਮਰਦਾਸ ਸਾਹਿਬ ਸੇਵਾ ਕਰਕੇ ਸਾਨੂੰ ਜੁਗਤ ਸਿਖਾ ਰਹੇ ਨੇ। ਮਹਾਰਾਜ ਜੀ ਦੇ ਚਰਨਾਂ 'ਚ ਆਪਣਾ ਆਪ ਸਮਰਪਣ ਕਰਕੇ ਲੱਗ ਗਏ। ਨਹੀਂ ਦੱਸਿਆ ਮਹਾਰਾਜ ਜੀ ਮੈਂ ਡਿੱਗ ਪਿਆ ਸਾਂ ਰਸਤੇ 'ਚ, ਜਾਂ ਹੋਰ ਕੀ ਉੱਥੇ ਵਰਤਿਆ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਵੇਖਿਆ ਕਿ ਕੈਸਾ ਮਹਾਨ ਧੀਰਜ ਹੈ, ਕੈਸੇ ਅਜਰ ਨੂੰ ਜਰ ਲੈਣ ਦੀ ਅਵਸਥਾ ਦੇ ਮਾਲਕ ਨੇ ਗੁਰੂ ਅਮਰਦਾਸ ਜੀ। ਚਰਨ ਪਖਾਰੇ ਸੋਚ ਜੁਤ ਕਰਵਾਏ ਇਸ਼ਨਾਨਾ। ਮਹਾਰਾਜ ਜੀ ਦੇ ਪਹਿਲਾਂ ਚਰਨ ਧੁਆਏ ਗੁਰੂ ਅਮਰਦਾਸ ਜੀ ਨੇ, ਚਰਨਾਂ ਤੇ ਜਲ ਪਾਇਆ। ਫਿਰ ਮਹਾਰਾਜ ਜੀ ਨੇ ਆਪਣੇ ਮੁਖ ਮੰਡਲ ਤੇ ਜਲ ਪਾਇਆ। ਫਿਰ ਸਤਿਗੁਰੂ ਜੀ ਦੇ ਪਾਵਨ ਤਨ ਦਾ ਇਸ਼ਨਾਨ ਕਰਵਾਇਆ। ਭਈ ਜੁਲਾਈ ਬਾਵਰੀ ਤਿਨ ਕੇ ਬਚ ਭਾਖੇ। ਸਾਹਿਬ ਦੀ ਰਸਨਾ ਤੋਂ ਸੁਭਾਵਕ ਬਚਨ ਹੋਇਆ ਸੀ, ਹੁਣ ਗੁਰਦੇਵ ਦੀ ਰਸਨਾ ਤੋਂ ਬਚਨ ਹੋਵੇ ਤੇ ਪੂਰਾ ਨਾ ਹੋਵੇ,
ਇਹ ਕਿਵੇਂ ਹੋ ਸਕਦਾ ਸੀ? ਕਹਿੰਦੇ ਇੱਧਰ ਪਾਤਸ਼ਾਹ ਨੇ ਇੰਨਾ ਹੀ ਆਖਿਆ, ਕਮਲੀਏ ਹੁਣ ਮੈਂ ਨਥਾਵਾਂ ਨਹੀਂ, ਤੂੰ ਗੁਰੂ ਦਾਤੇ ਦੀ ਮਹਿਮਾ ਨਹੀਂ ਜਾਣਦੀ। ਪਾਤਸ਼ਾਹ ਦੇ ਕਹਿਣ ਦੀ ਦੇਰੀ ਸੀ, ਪਾਤਸ਼ਾਹ ਤਾਂ ਆ ਗਏ ਇੱਧਰ ਇਸ਼ਨਾਨ ਕਰਾਉਣ ਸਤਿਗੁਰਾਂ ਨੂੰ। ਉਧਰੋਂ ਜੁਲਾਈ ਉਸੇ ਵੇਲੇ ਬਾਬਰੀ ਹੋ ਗਈ, ਉਸੇ ਵੇਲੇ ਕਮਲੀ ਹੋ ਕੇ ਘਰਦਿਆਂ ਨੂੰ ਹੀ ਵੱਢਣ ਕੱਟਣ ਲੱਗੀ। ਦਾਤਨ ਕਾਟਤ ਮੁਖ ਬਕੇ ਉਰ ਜਿਵੇਂ ਅਬਿਲਾਖੇ। ਸਭ ਤੋਂ ਪਹਿਲਾਂ ਉਹਨੇ ਆਪਣੇ ਪਤੀ ਜੁਲਾਏ ਦੇ ਹੱਥ ਪੈਰ ਦੰਦਾਂ ਨਾਲ ਵੱਢੇ, ਮੁੜ ਕੇ ਘਰ ਦਾ ਜਿਹੜਾ ਜੀ ਨੇੜੇ ਆਵੇ ਉਹਨੂੰ ਵੱਢੇ, ਕਦੇ ਕਿਸੇ ਨੂੰ ਨੋਹ ਮਾਰੇ। ਇਹੋ ਜੀ ਉਹਦੀ ਹਾਲਤ ਹੋ ਗਈ। ਭਈ ਪ੍ਰਭਾਤੀ ਨਿਸਬਿਤੀ ਸਤਿਗੁਰ ਸਭ ਜਾਣਿਓ। ਅੰਮ੍ਰਿਤ ਵੇਲਾ ਬੀਤ ਗਿਆ, ਰਾਤ ਬੀਤ ਗਈ, ਦਿਨ ਚੜ ਗਿਆ, ਲੋ ਲੱਗ ਗਈ। ਇਧਰ ਜਾਣੀ ਜਾਣ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਸਭ ਕੁਝ ਜਾਣਦੇ ਸਨ। ਅਮਰਦਾਸ ਨਿਜ ਪਾਸ ਤਬ ਬੁਲਵਾਵਨ ਠਾਨਿਓ। ਸਤਿਗੁਰੂ ਜੀ ਨੇ ਆਪਣੇ ਪਰਮ ਸੇਵਕ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣੇ ਪਾਸ ਬੁਲਾਇਆ। ਆਨ ਕਰੀ ਪਦ ਬੰਦਨਾ ਕਰ ਜੋਰ ਸੁਠਾਂਡੇ। 12 ਸਾਲਾਂ 'ਚ ਕਦੇ ਗੱਲਬਾਤ ਨਹੀਂ ਸੀ ਕੀਤੀ, ਅੱਜ 12 ਵਰਿਆਂ ਬਾਅਦ ਬੁਲਾ ਕੇ ਗਰੀਬ ਨਵਾਜ ਪਾਤਸ਼ਾਹ ਨੇ ਸਨਮਾਨ ਦਿੱਤਾ ਹੈ। ਗੁਰੂ ਅਮਰਦਾਸ ਸਾਹਿਬ ਨੇ ਆ ਕੇ ਗੁਰੂ ਚਰਨਾਂ ਤੇ ਬੰਦਨਾ ਕੀਤੀ ਹੈ ਔਰ ਹੱਥ ਜੋੜ ਕੇ ਸਤਿਗੁਰਾਂ ਦੇ ਸਨਮੁਖ ਖਲੋ ਗਏ। ਅਵਲੋਕਤ ਹੈ ਦਰਸ ਕੋ ਅਨੁਰਾਗ ਸੁਬਾਡੇ। ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਨੇ, ਮਨ 'ਚ ਬੜਾ ਹੀ ਪ੍ਰੇਮ ਹੈ ਗੁਰੂ ਅਮਰਦਾਸ ਸਾਹਿਬ ਦੇ। ਧੰਨ ਗੁਰੂ ਅੰਗਦ ਦੇਵ ਸਾਹਿਬ ਦੇ ਦਰਸ਼ਨ ਕਰਦਿਆਂ ਹਿਰਦਾ ਪਰਮ ਪ੍ਰੇਮ ਨਾਲ ਭਰਿਆ ਹੋਇਆ ਹੈ। ਕਹੋ ਬਿਰਤਾਂਤ ਸਭ ਰਾਤ ਕੋ ਕੈਸੇ ਕਰ ਹੋਈ। ਮਹਾਰਾਜ ਜੀ ਕਹਿੰਦੇ, ਪੁਰਖਾ ਗੁਰੂ ਅੰਗਦ ਸਾਹਿਬ ਕਹਿੰਦੇ, ਪੁਰਖਾ ਦੱਸੋ ਰਾਤ ਨੂੰ ਅੰਮ੍ਰਿਤ ਵੇਲੇ ਕੀ ਬਿਰਤਾਂਤ ਵਰਤਿਆ, ਕਿਵੇਂ ਬੀਤਾ ਸਮਾਂ, ਉਸ ਵੇਲੇ ਕੀ ਗੱਲਬਾਤ ਹੋਈ। ਲਿਆਵਤ ਜਲ ਕੋ ਕਲਸ ਜਬ ਬੋਲਿਓ ਕਿਮ ਕੋਈ। ਜਦੋਂ ਜਲ ਦਾ ਪਹਿਲਾ ਘੜਾ ਭਰ ਕੇ ਲਈ ਆਉਂਦੇ ਸੀ ਸੁਬਾਹ, ਉਦੋਂ ਕਿਹਨੇ ਕੀ ਆਖਿਆ ਸੀ ਤੁਹਾਨੂੰ, ਕਿਸ ਨੇ ਕੀ ਬੋਲ ਬੋਲੇ ਸਨ ਤੁਹਾਨੂੰ। ਹਾਥ ਬੰਦ ਬਿਨਤੀ ਪਨੀ ਤੁਮੇ ਅੰਤਰ ਜਾਮੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਆਖਿਆ ਸਤਿਗੁਰੂ ਤੁਸੀਂ ਅੰਤਰਜਾਮੀ ਹੋ। ਬਿਨਾ ਕਹੇ ਜਾਨੋ ਸਕਲ ਦਾਤਾ ਜਗ ਸੁਆਮੀ। ਮਹਾਰਾਜ ਜੀ ਤੁਸੀਂ ਬਿਨਾਂ ਕਹਿਆ ਸਭ ਕੁਝ ਜਾਣਦੇ ਹੋ, ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾਂ ਦੇਣ ਵਾਲੇ ਦਾਤੇ, ਸਾਰੇ ਜਗਤ ਦੇ ਸੁਆਮੀ ਮਾਲਕ ਹੋ। ਕੁਛ ਦੁਰਾਓ ਨੇ ਆਪ ਤੇ ਜੇ ਸਭ ਕਿਛ ਜਾਣੇ। ਮਹਾਰਾਜ ਜੀ ਤੁਹਾਡੇ ਕੋਲੋਂ ਕਿਹੜਾ ਕੁਝ ਲੁਕਿਆ ਹੈ, ਤੁਸੀਂ ਸਭ ਕੁਝ ਹੀ ਜਾਣਦੇ ਹੋ, ਜਾਣੀ ਜਾਣ ਸੁਆਮੀ ਜੀ। ਮੈਂ ਡਰ ਪੋਕੈ ਅਪਰ ਬਿਦ ਨੇ ਜਾਏ ਬਖਾਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਕਹਿੰਦੇ, ਮਹਾਰਾਜ ਤੁਸੀਂ ਸਭ ਕੁਝ ਜਾਣਦੇ ਹੋ, ਅੰਤਰਜਾਮੀ ਹੋ। ਮੈਂ ਡਰਦਾ ਹਾਂ ਵੀ ਤੁਸੀਂ ਤਾਂ ਸਭ ਕੁਝ ਜਾਣਦੇ ਹੋ, ਮੇਰੇ ਕੋਲੋਂ ਕਿਸੇ ਹੋਰ ਤਰੀਕੇ ਨਾਲ ਨਾ ਕਹਿ ਹੋ ਜਾਏ ਵੀ ਮੈਂ ਕਿਤੇ ਦੱਸਦਿਆਂ, ਕਿਉਂਕਿ ਗੱਲਬਾਤ ਕਰਦਿਆਂ ਉਹੀ ਗੱਲਾਂ ਬਿਲਕੁਲ ਇਨ ਬਿਨ ਦੱਸਣੀਆਂ ਔਖੀਆਂ ਹੁੰਦੀਆਂ ਨੇ ਨਾ ਜਿਹੜੀਆਂ ਹੋਈਆਂ ਹੋਣ। ਵੀ ਮੈਨੂੰ ਇਸ ਗੱਲ ਦਾ ਡਰ ਹੈ ਵੀ ਕਿਤੇ ਉੱਥੇ ਹੋਇਆ ਤਾਂ ਹੋਰ ਬਾਤਾਂ ਨੇ, ਗੱਲਾਂ ਨੇ, ਵੀ ਮੈਂ ਕਿਤੇ ਹੋਰ ਢੰਗ ਨਾਲ ਨਾ ਕੋਈ ਦੱਸ ਬੈਠਾ। ਮੈਨੂੰ ਡਰ ਆਉਂਦਾ ਸਤਿਗੁਰੂ ਜੀ, ਆਪ ਜੀ ਦਾ ਭੈ ਆਉਂਦਾ ਹੈ। ਸੁਨ ਕੇ ਸ਼੍ਰੀ ਅੰਗਦ ਤਬੇ ਬੁਲਵਾਏ ਜੁਲਾਹਾ। ਮਹਾਰਾਜ ਜੀ ਨੇ ਸੁਣ ਕੇ ਉਸੇ ਵੇਲੇ ਆਖਿਆ, ਜਾਓ ਉਸ ਜੁਲਾਏ ਨੂੰ ਸੱਦ ਕੇ ਲਿਆਓ। ਜੁਗਤ ਜੁਲਾਈ ਆਏ ਸੋ ਥਿਤ ਪਾਗੁਰ ਪਾਹਾ। ਉਹ ਜੁਲਾਇਆ ਆਪਣੀ ਘਰ ਵਾਲੀ ਜੁਲਾਈ ਜਿਹੜੀ ਪਾਗਲ ਹੋਈ ਫਿਰਦੀ ਸੀ, ਬੌਰੀ ਹੋਈ ਫਿਰਦੀ ਸੀ, ਉਹਨੂੰ ਵੀ ਕਿਸੇ ਤਰੀਕੇ ਲੈ ਕੇ ਮਹਾਰਾਜ ਜੀ ਦੇ ਸਨਮੁਖ ਆਇਆ। ਦਰਸ਼ਨ ਕੀਨੇ ਸੁਧ ਪਾਈ ਸਮ ਪ੍ਰਥਮ ਜੁਲਾਈ। ਜਦੋਂ ਜੁਲਾਈ ਨੇ ਆ ਕੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਤੇ ਉਹਨੂੰ ਫਿਰ ਪਹਿਲਾਂ ਵਾਂਗੂ ਸੋਝੀ ਹੋ ਗਈ, ਫਿਰ ਆਪਣੀ ਸੁਰਤ ਵਿੱਚ ਆ ਗਈ, ਸਤਿਗੁਰਾਂ ਦੇ ਸਨਮੁਖ ਖਲੋ ਗਈ ਨੇਤਰ ਨੀਵੇਂ ਕਰਕੇ। ਸ਼੍ਰੀ ਅੰਗਦ ਬੂਝਿਓ ਤਬੇ ਸਚ ਕਹੋ ਹਮ ਪਾਈ। ਸਤਿਗੁਰੂ ਜੀ ਉਸ ਜੁਲਾਏ ਨੂੰ ਕਹਿੰਦੇ ਆ, ਧੰਨ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ, ਜੋ ਕੁਝ ਉੱਥੇ ਸਵੇਰੇ ਗੱਲਾਂ ਹੋਈਆਂ ਨੇ
ਸਭ ਕੁਝ ਸੱਚੋ ਸੱਚ ਦੱਸ। ਨਿਸ ਬਿਰਤਾਂਤ ਕਿਸ ਬਿਦ ਪਇਓ ਸਭ ਦੇਉ ਸੁਨਾਈ। ਅੰਮ੍ਰਿਤ ਵੇਲੇ ਕੀ ਬਿਰਤਾਂਤ ਹੋਇਆ, ਕੀ ਗੱਲਾਂ ਹੋਈਆਂ ਨੇ, ਕੱਲੀ ਕੱਲੀ ਗੱਲ ਬਿਲਕੁਲ ਸਹੀ ਦੁਰਸਤ ਕਰਕੇ ਦੱਸ। ਦੀਨ ਦੁਨੀ ਦੁਖ ਪਾਏ ਹੈ ਜੇ ਰਾਖ ਦੁਰਾਈ। ਮਹਾਰਾਜ ਜੀ ਨੇ ਨਾਲੇ ਵੀ ਆਖਿਆ ਜੁਲਾਏ ਨੂੰ, ਦੋਹਾਂ ਜਹਾਨਾਂ 'ਚ ਦੁੱਖ ਪਾਏਗਾ ਜੇ ਕਿਸੇ ਤਰ੍ਹਾਂ ਦਾ ਕੋਈ ਛੁਪਾ ਕੀਤਾ ਗੱਲ ਵਿੱਚ। ਬਾਦਸ਼ਾਹ ਕਹਿੰਦੇ ਜੋ ਜੋ ਗੱਲਾਂ ਹੋਈਆਂ ਸਭ ਸਾਫ਼ ਦੱਸੀ, ਜੋ ਜੋ ਹੋਈਆਂ ਸਭ ਸੱਚ ਦੱਸੀ। ਜੇ ਕਿਤੇ ਕੋਈ ਲੁਕਾ ਛੁਪਾ ਕੀਤਾ ਨਾ, ਦੋਹਾਂ ਜਹਾਨਾਂ ਵਿੱਚ ਦੁੱਖ ਪਾਵੇਂਗਾ। ਸੁਨਤ ਜੁਲਾਹੇ ਭੈ ਤਰਿਓ ਇਨਕੇ ਬਚ ਸਾਚੇ। ਸੁਣ ਕੇ ਜੁਲਾਇਆ ਪਹਿਲਾਂ ਹੀ ਬੜਾ ਡਰਿਆ ਵੀ ਇਹਨਾਂ ਦੇ ਸੇਵਕਾਂ ਦੇ ਵਚਨ ਸੱਚ ਹੁੰਦੇ ਆ। ਇਹ ਤਾਂ ਗੁਰਦੇਵ ਨੇ। ਉਹ ਬਿਲਕੁਲ ਡਰਿਆ ਹੋਇਆ ਹੱਥ ਜੋੜ ਕੇ ਸਤਿਗੁਰਾਂ ਦੇ ਸਾਨਮੁਖ ਖੜਾ ਹੈ। ਕਹੋ ਨਾ ਮੈਂ ਦੁੱਖ ਪਾਏ ਹੋ ਇਮ ਲਖ ਸਚ ਰਾਚੇ। ਉਹ ਜਾਣਦਾ ਸੀ ਵੀ ਜੇ ਹੁਣ ਮੈਂ ਇੱਥੇ ਕੋਈ ਛੁਪਾ ਕੀਤਾ ਜਾਂ ਕੋਈ ਗੱਲਬਾਤ ਲੁਕਾਈ ਤੇ ਦੁੱਖ ਭੋਗਾਂਗਾ ਦੋਹਾਂ ਜਹਾਨਾਂ ਵਿੱਚ। ਗੁਰੂ ਜੀ ਨੇ ਪਹਿਲੋਂ ਹੀ ਕਹਿ ਦਿੱਤਾ, ਇਸ ਕਰਕੇ ਇਹਨਾਂ ਕੋਲ ਜੋ ਹੋਇਆ ਉਹ ਮੈਂ ਸੱਚ ਸੱਚ ਦੱਸਾਂ। ਬੂਝਿਓ ਮੈਂ ਕਿਆ ਖੜਾ ਕਪਾ ਬਾਹਰ ਇਸ ਕਾਲਾ। ਕਿਤੇ ਬਾਹਰ ਡਿੱਗ ਪਏ ਸਨ ਤੇ ਮੈਂ ਆਵਾਜ਼ ਸੁਣ ਕੇ ਖੜਾਕ ਦੀ ਪੁੱਛਿਆ ਵੀ ਕੌਣ ਹੈ ਇਸ ਵੇਲੇ ਬਾਹਰ ਇੰਨੇ ਪਾਲੇ ਵਿੱਚ। ਮਮਦਾਰਾ ਜਾਗਤ ਹੋਤੀ ਤਿਨ ਕੀਨ ਸੰਭਾਲਾ। ਮੇਰੀ ਘਰ ਵਾਲੀ ਜਾਗਦੀ ਸੀ ਇੱਕ ਲਖਣੀ, ਇਹ ਕਿਤੇ ਉਸ ਵੇਲੇ ਬੋਲ ਪਈ। ਬੋਲੀ ਸੁਨ ਮਨ ਪਰਖ ਕੈ ਇਹ ਅਮਰ ਨਿਥਾਵਾ। ਇਹਨੇ ਪਰਖ ਕੇ ਜਾਣਦੀ ਸੀ ਵੀ ਕੌਣ ਹੋਵੇਗਾ ਤੇ ਆਵਾਜ਼ ਵੀ ਇਹਨੇ ਸੁਣੀ ਸੀ ਗੁਰੂ ਅਮਰਦਾਸ ਜੀ ਦੀ, ਤੇ ਇਹਨੇ ਬੋਲ ਦਿੱਤਾ ਵੀ ਕੌਣ ਹੋਣਾ ਇਸ ਵੇਲੇ ਅਮਰ ਨਿਥਾਵਾ। ਏਦਾਂ ਇਹ ਬੋਲੀ, ਦਾਸ ਤੁਮਾਰੇ ਬਾਵਰੀ ਤਬ ਬਾਕੇ ਅਲਾਵਾ। ਸਾਡੇ ਦਾਸ ਨੇ ਬਸ ਇੰਨਾ ਹੀ ਆਖਿਆ ਸੀ, ਕਮਲੀਏ ਹੁਣ ਮੈਂ ਨਿਥਾਵਾ ਨਹੀਂ, ਤੂੰ ਗੁਰੂ ਦਾ ਪ੍ਰਤਾਪ ਨਹੀਂ ਜਾਣਦੀ। ਇਹ ਤੁਹਾਡੇ ਦਾਸ ਨੇ ਬਚਨ ਕਹੇ ਸਨ। ਦਰਸ਼ਨ ਦੇਖੇ ਸੁਧ ਪਈ ਅਬਰਾਵਰ ਪਾਸੀ। ਉਹਨਾਂ ਦੇ ਬਚਨ ਹੁੰਦਿਆਂ ਹੀ ਇਹ ਕਮਲੀ ਹੋ ਗਈ ਸੀ, ਬਾਵਰੀ ਹੋ ਗਈ ਸੀ। ਹੁਣ ਤੁਹਾਡੇ ਦਰਸ਼ਨ ਕਰਕੇ ਇਹਨੂੰ ਸੋਝੀ ਆਈ ਹੈ। ਬਚਨ ਫੁਰੇ ਸਭ ਕਹੇ ਜਿਮ ਸੁਨ ਹਮ ਮਤ ਤਰਾਸੀ। ਇਹ ਜੋ ਬਚਨ ਕਰਦੇ ਨੇ ਤਾਤਕਾਲ ਫੁਰ ਜਾਂਦੇ ਨੇ। ਇਹ ਸੁਣ ਕੇ ਮੇਰਾ ਮਨ ਡਰਿਆ ਹੋਇਆ ਸਹਿਮਿਆ ਹੋਇਆ। ਪੁਨ ਗੁਰ ਬੂਝਿਓ ਸ਼੍ਰੀ ਅਮਰ ਐਸੇ ਬਿਦ ਹੋਈ। ਫਿਰ ਮਹਾਰਾਜ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਨੂੰ ਪੁੱਛਦੇ, ਮਹਾਰਾਜ ਜੀ ਕਹਿੰਦੇ ਪੁਰਖਾ ਇਦਾਂ ਹੀ ਹੋਈਆਂ ਸੀ ਗੱਲਾਂ ਜਿਵੇਂ ਜੁਲਾਏ ਨੇ ਦਸੀਆਂ ਨੇ ਕਿ ਇਸੇ ਤਰ੍ਹਾਂ ਹੀ ਹੋਈ ਸੀ। ਇਦਾਂ ਪੁੱਛਿਆ। ਕਰਨ ਲਗੇ ਬਿਨਤੀ ਤਬੇ ਕਰ ਜੋਰਤ ਦੋਈ। ਸੁਣ ਕੇ ਗੁਰੂ ਅਮਰਦਾਸ ਸਾਹਿਬ ਹੱਥ ਜੋੜ ਕੇ ਬੜੇ ਸਨਿਮਰ ਭਾਵ ਨਾਲ ਸੀਸ ਨੀਵਾ ਕਰਕੇ ਗੁਰੂ ਅੰਗਦ ਸਾਹਿਬ ਨੂੰ ਬੇਨਤੀ ਕਰਦੇ ਨੇ। ਮੋਹੇ ਨਿਥਾਵਾ ਇਨ ਕਿਓ ਸੋ ਸਾਚ ਬਖਾਨੀ। ਮਹਾਰਾਜ ਜੀ ਨੇ ਮੈਨੂੰ ਨਿਥਾਵਾ ਕਿਹਾ ਸੀ, ਮੈਂ ਵਾਕਈ ਨਿਥਾਵਾ ਸੀ ਮਹਾਰਾਜ, ਜਦੋਂ ਤੱਕ ਤੁਹਾਡੀ ਸ਼ਰਨ ਨਹੀਂ ਸੀ ਆਇਆ। ਇਹਨੇ ਸੱਚ ਹੀ ਕਿਹਾ ਸੀ ਮਹਾਰਾਜ ਜੁਲਾਈ ਨੇ, ਨਿਥਾਵਾ। ਜਬ ਲੋ ਆਤਮ ਰੂਪ ਕੋ ਮਨ ਲਏ ਨ ਜਾਨੀ। ਜਦੋਂ ਤੱਕ ਕਿ ਮਨ ਆਪਣੇ ਨਿਜ ਆਤਮ ਸਵਰੂਪ ਨੂੰ ਜਾਣ ਨਹੀਂ ਲੈਂਦਾ ਉਦੋਂ ਤੱਕ ਕਿ ਮਨ ਨਿਥਾਵਾ ਹੀ ਹੈ ਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਤੱਕ ਕਿ ਮਨ ਆਪਣੇ ਟਿਕਾਣੇ ਨੂੰ ਬੁੱਝੇ ਹੀ ਨਾ ਵੀ ਮੇਰਾ ਟਿਕਾਣਾ ਕੀ ਆ, ਉਦੋਂ ਤੱਕ ਤੇ ਨਿਥਾਵਾ ਹੀ ਆ। ਤਾਂ ਟਿਕਦਾ ਨਹੀਂ। ਨਿਥਾਵਾ ਆ ਤਾਂ ਟਿਕਦਾ ਨਹੀਂ। ਭੱਜਿਆ ਫਿਰਦਾ ਸੱਜੇ ਖੱਬੇ, ਕਥਾ ਵਿੱਚ ਨਹੀਂ ਜੁੜਦਾ, ਕੀਰਤਨ 'ਚ ਨਹੀਂ ਜੁੜਦਾ, ਗੁਰਬਾਣੀ 'ਚ ਨਹੀਂ ਜੁੜਦਾ, ਭੱਜਿਆ ਫਿਰਦਾ ਕਿਉਂਕਿ ਹਾਲੇ ਤਾਂ ਹੀ ਨਿਥਾਵਾ ਆ। ਜਦੋਂ ਆਪਣੇ ਆਤਮ ਸਵਰੂਪ ਨੂੰ ਜਾਣ ਲੇਗਾ ਉੱਥੇ ਹੀ ਟਿਕ ਜਾਏਗਾ। ਇਹਦਾ ਭੱਜਣਾ ਨੱਠਣਾ ਖਤਮ ਹੋ ਜਾਏਗਾ। ਫਿਰ ਨਾਸਨ ਭਾਜਨ ਥੱਕ ਜਾਏਗਾ ਉਸ ਪਾਸਿਓਂ। ਮਹਾਰਾਜ ਜੀ ਜਦੋਂ ਤੱਕ ਇਹ ਮਨ ਆਤਮ ਸਵਰੂਪ ਨੂੰ ਨਹੀਂ ਜਾਣ ਲੈਂਦਾ ਉਦੋਂ ਤੱਕ ਇਹ ਨਿਥਾਵਾ ਹੈ। ਥਾਉ ਪਾਏ ਕਰ ਥਿਰੇ ਨੇ ਤਬ ਲਗੋ ਨਿਥਾਵਾ। ਜਦੋਂ ਤੱਕ ਥਾਂ ਪ੍ਰਾਪਤ ਕਰਕੇ ਟਿਕਦਾ ਨਹੀਂ ਉਦੋਂ ਤੱਕ ਨਿਥਾਵਾ ਹੀ ਹਾਂ। ਭਟਕਤ ਮ੍ਰਿਗ ਤ੍ਰਿਸ਼ਨਾ ਬਿਕੇ ਕਿਤ ਸ਼ਾਂਤ ਨ ਪਾਵਾ। ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਿੱਚ ਭਟਕਦਾ ਹੋਇਆ ਇਹ ਮਨ ਸ਼ਾਂਤੀ ਪ੍ਰਾਪਤ ਨਹੀਂ ਕਰਦਾ। ਜਬ ਤੁਮਰੀ ਸੇਵਾ ਰੁਚਰ
ਕੀ ਤਰਕ ਜੁਲਾਈ। ਮਹਾਰਾਜ ਜੀ ਇਹਨੇ ਤੁਹਾਡੀ ਸੇਵਾ ਤੇ ਤਰਕ ਕੀਤਾ, ਮੈਨੂੰ ਨਥਾਵਾ ਕਿਹਾ, ਉਹਦਾ ਦੁੱਖ ਨਹੀਂ ਮੈਨੂੰ, ਮੈਂ ਤਾਂ ਹਾਂ ਹੀ ਐਸਾ। ਪਰ ਇਹਨੇ ਤੁਹਾਡੀ ਸੇਵਾ ਤੇ ਤਰਕ ਕੀਤਾ ਸੀ ਵੀ ਗੁਰੂ ਇੱਥੇ ਤਪੇ ਦੀ ਸੇਵਾ ਕਰ ਛੱਡਦਾ, ਇਹਨੂੰ ਲਾਜ ਕੋਈ ਨਹੀਂ ਲੋਕਾਂ ਦੀ। ਇਹਨੂੰ ਇਹ ਨਹੀਂ ਪਤਾ ਵੀ ਸਤਿਗੁਰੂ ਤੁਹਾਡੀ ਸੇਵਾ ਤਾਂ ਕਰਮਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ, ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਇਹਨੇ ਤੁਹਾਡੀ ਸੇਵਾ ਤੇ ਤਰਕ ਕੀਤਾ ਸੀ। ਹਾਂਜੀ, ਸਹੀ ਗਈ ਨੇ ਮੋਹਿ ਤੇ ਬੌਰੀ ਤਬ ਪ੍ਰਾਈ। ਜਦੋਂ ਇਹਨੇ ਤੁਹਾਡੀ ਸੇਵਾ ਤੇ ਤਰਕ ਕੀਤਾ, ਫਿਰ ਮੇਰੇ ਕੋਲੋਂ ਸਹਿਆ ਨਹੀਂ ਗਿਆ ਤੇ ਮੈਨੂੰ ਸੁਭਾਵਕ ਕਹਿਣਾ ਪਿਆ, ਬੌਰੀਏ ਕਮਲੀਏ ਤੂੰ ਸਤਿਗੁਰੂ ਦਾਤੇ ਦੀ ਮਹਿਮਾ ਨਹੀਂ ਜਾਣਦੀ। ਹਾਂਜੀ, ਪ੍ਰੇਮ ਲਪੇਟਿਓ ਬਾਤ ਸੁਨ ਮਨ ਦਰਵਿਓ ਕਿਰਪਾਲਾ। ਜਦੋਂ ਗੁਰੂ ਅਮਰਦਾਸ ਸਾਹਿਬ ਦੇ ਬਚਨ ਪ੍ਰੇਮ 'ਚ ਭਿੱਜੇ ਹੋਏ, ਇੱਕ ਇੱਕ ਬੋਲ ਇੱਕ ਇੱਕ ਬਚਨ ਸਤਿਗੁਰਾਂ ਦੇ ਪ੍ਰੇਮ 'ਚ ਭਿੱਜਿਆ ਹੋਇਆ ਸੁਣਿਆ ਨਾ ਗੁਰੂ ਅੰਗਦ ਸਾਹਿਬ ਨੇ, ਤੇ ਪ੍ਰੇਮ 'ਚ ਭਿੱਜੇ ਬੋਲ ਸੁਣ ਕੇ ਗੁਰੂ ਅੰਗਦ ਸਾਹਿਬ ਦਾ ਮਨ ਦਰਵ ਗਿਆ। ਸਤਿਗੁਰੂ ਪ੍ਰੇਮ ਵੇਖ ਕੇ ਦਰਵਦੇ ਨੇ ਗੁਰੂ ਖਾਲਸਾ ਜੀ। ਜਿੱਥੇ ਪ੍ਰੇਮ ਹੈ ਨਾ ਉੱਥੇ ਪਾਤਸ਼ਾਹ ਸਾਰੇ ਨੇਮ ਛੱਡ ਦਿੰਦੇ, ਰੀਝ ਪੈਂਦੇ। ਸਤਿਗੁਰੂ ਜੀ ਹੈ ਨਹੀਂ ਪ੍ਰੇਮ ਦੀ ਮੂਰਤ, ਉਹ ਨੇਹੋ ਨਵੇਲਾ। ਸਤਿਗੁਰੂ ਜੀ ਨਿਤ ਨਵੇਂ ਪ੍ਰੇਮ ਦੇ ਸੁਆਮੀ ਨੇ, ਮਾਲਕ ਨੇ ਤੇ ਪ੍ਰੇਮ ਦੀ ਮੂਰਤ ਨੇ। ਆਪਣੇ ਸੇਵਕ ਦੇ ਪਰਮ ਪ੍ਰੇਮ 'ਚ ਭਿੱਜੇ ਜਦੋਂ ਬੋਲ ਸੁਣੇ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਮਨ ਦਰਵ ਗਿਆ। ਭਏ ਮਹਾ ਅਨਕੂਲ ਤਬ ਲਖ ਕਾਲ ਵਿਸਾਲਾ। ਆਪਣੇ ਪਰਮ ਸੇਵਕ ਦੀ ਵੱਡੀ ਘਾਲਣਾ ਤੇ ਉਹਨਾਂ ਦਾ ਪ੍ਰੇਮ ਵੇਖ ਕੇ ਗੁਰੂ ਅੰਗਦ ਸਾਹਿਬ ਆਪਣੇ ਸੇਵਕ ਦੇ ਅਨੁਕੂਲ ਹੋ ਗਏ, ਆਪਣੇ ਸੇਵਕ ਦੇ ਅਧੀਨ ਹੋ ਗਏ। ਬਖਸ਼ਨ ਕੋ ਬਖਸ਼ਿਸ਼ ਮਹਾ ਉਮਗਿਓ ਉਰ ਪਾਰੀ। ਚਿੱਤ 'ਚ ਇੰਨੀ ਉਮਗ ਆਈ ਗੁਰੂ ਅੰਗਦ ਸਾਹਿਬ ਦੇ ਕਿ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੂੰ ਬੇਅੰਤ ਬਖਸ਼ਾਂ। ਜੋ ਗੁਰੂ ਅੰਗਦ ਸਾਹਿਬ ਕੋਲ ਆਪਣਾ ਸੀ, ਜੋ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਕੋਲੋਂ ਮਿਲਿਆ, ਉਹ ਸਭ ਕੁਝ ਹੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਣ ਲੱਗੇ ਹਨ। ਕਰਨ ਕਿਰਤਾਰਥ ਦਾਸ ਕੋ ਗੁਰ ਗਿਰਾ ਉਚਾਰੀ। ਆਪਣੇ ਦਾਸ ਨੂੰ ਕਿਰਤਾਰਥ ਕਰਨ ਵਾਸਤੇ ਮਹਾਰਾਜ ਜੀ ਦੇ ਮੁਖੋਂ ਬਾਣੀ ਉਚਾਰਨ ਕੀਤੀ। ਤੋਮਰ ਚੰਦ ਤੁਮ ਹੋ ਨਿਥਾਵਨ ਥਾਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਰ ਦਿੱਤੇ 12 ਵਰਿਆਂ ਦੀ ਘਾਲਣਾ। ਸਭ ਤੋਂ ਪਹਿਲਾ ਵਰ ਦਿੱਤਾ, ਜਿਨ੍ਹਾਂ ਨੂੰ ਕਿਤੇ ਥਾਂ ਨਹੀਂ ਉਹਨਾਂ ਨੂੰ ਤੁਹਾਡੇ ਚਰਨਾਂ 'ਚ ਥਾਂ ਪ੍ਰਾਪਤ ਹੋਵੇਗੀ। ਗੁਰੂ ਅਮਰਦਾਸ ਜੀ ਤੁਸੀਂ ਨਿਥਾਵਿਆਂ ਦੀ ਥਾਂ ਹੋ। ਸਤਿ ਸ੍ਰੀ ਅਕਾਲ। ਤੁਮ ਹੋ ਨਿਥਾਵਨ ਥਾਨ, ਤੁਸੀਂ ਨਿਥਾਵਿਆਂ ਦੀ ਥਾਂ ਹੋ। ਅੱਗੇ ਕਥਾ ਆਵੇਗੀ, ਪ੍ਰੇਮੇ ਕੋੜੀ ਵਰਗੇ ਗੁਰੂ ਸਾਹਿਬ ਦੀ ਸੇਵਾ ਕਰਕੇ ਜਦੋਂ ਅਰੋਗ ਹੋਏ ਨਾ, ਇੱਕ ਸਿੱਖ ਦੀ ਲੜਕੀ ਸੀ, ਉਹਦਾ ਨਾਂ ਸੀ ਮਥੋ। ਉਹ ਪ੍ਰੇਮੇ ਕੋੜੀ ਨੂੰ ਮੁਰਾਰੀ ਬਣਾ ਕੇ ਮਹਾਰਾਜ ਜੀ ਨੇ ਉਹਦੇ ਨਾਲ ਵਿਆਹ ਦਿੱਤੀ। ਉਹਦੀ ਮਾਂ ਆਈ, ਕਹਿਣ ਲੱਗੀ ਮਹਾਰਾਜ ਇਹਦੇ ਨਾਲੋਂ ਚੰਗਾ ਮੇਰੀ ਧੀ ਨੂੰ ਕਿਤੇ ਧੱਕਾ ਮਾਰ ਦਿੰਦੇ। ਖਬਰੇ ਕੌਣ ਸੀ, ਇਹਦੀ ਕੁੱਲ ਕਿਹੜੀ ਹੈ, ਕੌਣ ਉਹਦਾ ਪਿਓ ਹੈ, ਕੌਣ ਇਹਦਾ ਮਾਂ ਹੈ, ਤੇ ਤੁਸੀਂ ਇਹਦੇ ਲੜ ਲਾ ਦਿੱਤਾ। ਕੋੜੀ ਸੀ, ਠੀਕ ਕਰਕੇ। ਤੇ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ, ਪੁੱਤਰ ਇਹਦੀ ਕੁੱਲ ਵੀ ਮੈਂ ਆ, ਇਹਦਾ ਪਿਤਾ ਵੀ ਮੈਂ ਆ, ਔਰ ਇਹਦੀ ਮਾਤਾ ਵੀ ਮੈਂ ਹਾਂ, ਇਹਦਾ ਪਰਿਵਾਰ ਵੀ ਮੈਂ ਹਾਂ। ਧੰਨ ਗੁਰੂ ਅਮਰਦਾਸ ਸਾਹਿਬ। ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਏਕ ਜਿਹੀ ਕਛ ਕਹੀ ਨਾ ਜਾਏ। हे ਗੁਰੂ ਅਮਰਦਾਸ ਸਾਹਿਬ, ਤੁਹਾਡੀ ਕਥਾ ਕਥ ਹੈ, ਸਾਡੀ ਜ਼ੁਬਾਨ ਇੱਕ ਹੈ। ਕਰੋੜਾਂ ਵੀ ਹੋਣ ਤਾਂ ਵੀ ਤੁਹਾਡੀ ਮਹਿਮਾ ਕਥਨ ਨਹੀਂ ਕਰ ਸਕਦੇ। ਗੁਰੂ ਅਮਰਦਾਸ ਪਰਸੀਐ ਪਹੁਮ ਪਾਤਕ ਬਿਨਾਸੈ। ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਪਰਸੀਏ ਤੇ ਇਸ ਧਰਤੀ ਤੇ ਕੀਤੇ ਸਾਡੇ ਜਿਤਨੇ ਪਾਪ ਨੇ ਉਹ ਸਾਰੇ ਪਾਪ ਬਿਨਸ ਜਾਂਦੇ ਹਨ। ਸਤਿ ਸ੍ਰੀ ਅਕਾਲ। ਅਹੋ ਨਥਾਵਨ ਕੇ ਤੁਮ ਥਾਮ। हे ਗੁਰੂ ਅਮਰਦਾਸ ਸਾਹਿਬ,
ਤੁਸੀਂ ਨਥਾਵਿਆਂ ਦੇ ਥਾਂ ਹੋ। ਕਰਹੁ ਨਿਮਾਨੇ ਮਾਨ। ਦੂਸਰਾ ਵਰ ਦਿੱਤਾ, ਤੁਸੀਂ ਨਿਮਾਣਿਆਂ ਦੇ ਮਾਣ ਹੋ। ਜਿਨ੍ਹਾਂ ਨੂੰ ਕਿਤੇ ਮਾਣ ਨਹੀਂ ਮਿਲਦਾ ਉਹ ਤੁਹਾਡੇ ਚਰਨਾਂ 'ਚ ਆ ਕੇ ਮਾਣ ਪ੍ਰਾਪਤ ਕਰਨਗੇ। ਤੁਸੀਂ ਨਿਮਾਣਿਆਂ ਦੇ ਮਾਣ ਹੋ। ਜਿਹੜਾ ਨਿਮਾਣਾ ਬਣ ਕੇ ਤੁਹਾਡੀ ਸ਼ਰਨ ਆਵੇਗਾ ਉਹਨੂੰ ਮਾਣ ਬਖਸ਼ੋਗੇ। ਕੋਇ ਨਾ ਜਾਣੈ ਕੋਇ ਨਾ ਮਾਨੈ, ਸੇ ਪ੍ਰਗਟ ਹਰ ਦੁਆਰੇ। ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ, ਕੋਈ ਨਹੀਂ ਸੀ ਮੰਨਦਾ, ਪਤਾ ਹੀ ਨਹੀਂ ਸੀ, ਬਸ ਸਿਰਕੇ ਦੀਆਂ ਗਲੀਆਂ ਵਿੱਚ ਸਿਰ ਤੇ ਛਾਬਾ ਧਰ ਕੇ ਘੁੰਗੜੀਆਂ ਦਾ ਵੇਚਣ ਵਾਲਾ ਇਹ ਬਾਲਕ, ਇਹ ਦੀਨ ਤੇ ਦੁਨੀਆ ਦਾ ਸੁਆਮੀ ਹੋਵੇਗਾ। ਉਹ ਧੰਨ ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਵਿੱਚ ਗੁਰੂ ਰਾਮਦਾਸ ਹੋ ਨਿਬੜੇ। ਮਹਾਰਾਜ ਤੁਸੀਂ ਨਿਮਾਣਿਆਂ ਦੇ ਮਾਣ ਹੋਵੋਗੇ। ਬਿਨ ਓਟ ਕੀ ਤੁਮ ਓਟ। ਤੀਸਰਾ ਵਰ ਦਿੱਤਾ, ਤੁਸੀਂ ਬਿਨਾਂ ਓਟ ਵਾਲਿਆਂ ਦੀ ਓਟ ਹੋਵੋਗੇ। ਜਿਨ੍ਹਾਂ ਦੀ ਕੋਈ ਓਟ ਨਹੀਂ ਉਹਨਾਂ ਦੀ ਓਟ। ਓਟ ਕਹਿੰਦੇ ਨੇ ਆਸਰੇ ਨੂੰ। ਓਟ ਜਿਵੇਂ ਤੇਜ਼ ਹਨੇਰੀ ਚੱਲਦੀ ਹੋਵੇ ਤੇ ਅਸੀਂ ਕਿਸੇ ਪਹਾੜ ਦੀ ਜਾਂ ਕਿਸੇ ਮਕਾਨ ਦੀ ਕੰਧ ਦੇ ਓਲੇ ਖਲੋ ਜਾਈਏ ਤੇ ਹਵਾ ਤੋਂ ਬਚ ਜਾਈਦਾ ਨਾ, ਉਹਨੂੰ ਕਹਿੰਦੇ ਨੇ ਓਟਾ ਲੈ ਲਿਆ, ਓਟ ਲੈ ਲਈ। ਜਿਵੇਂ ਕੋਈ ਤਲਵਾਰ ਦਾ ਵਾਰ ਕਰੇ ਤੇ ਅੱਗੇ ਢਾਲ ਕਰ ਦਿਓ, ਉਹ ਢਾਲ ਕੀ ਬਣੀ? ਓਟ। ਜਿਵੇਂ ਮੀਂਹ ਪਿਆ ਪੈਂਦਾ ਹੋਵੇ ਤੇ ਕਿਸੇ ਸੰਘਣੇ ਦਰਖਤ ਦੇ ਥੱਲੇ ਜਾ ਕੇ ਖਲੋ ਜਾਈਏ ਤਣੇ ਦੇ ਨਾਲ ਲੱਗ ਕੇ, ਉਸ ਮੀਂਹ ਤੋਂ ਬਚਣ ਵਾਸਤੇ ਉਹਨੂੰ ਕਹਿੰਦੇ ਨੇ ਦਰਖਤ ਦੀ ਓਟ ਲੈ ਲਈ। ਜਿਨ੍ਹਾਂ ਨੂੰ ਕਿਤੇ ਕੋਈ ਓਟ ਨਹੀਂ ਉਹਨਾਂ ਨਿਓਟਿਆਂ ਦੀ ਤੁਸੀਂ ਓਟ ਹੋਵੋਗੇ। ਨਿਦਰੇਨ ਕੀ ਤੇਰ ਕੋਟ। ਔਰ ਜਿਹੜੇ ਨਿਧਰੇ ਨੇ, ਚੌਥਾ ਵਰ ਦਿੱਤਾ, ਜਿਹੜੇ ਨਿਧਰੇ ਨੇ ਜਿਨ੍ਹਾਂ ਦੀ ਕੋਈ ਧਿਰ ਨਹੀਂ। ਹਰ ਇੱਕ ਨੇ ਕੋਈ ਨਾ ਕੋਈ ਧਿਰ ਬਣਾਈ ਹੁੰਦੀ ਹੈ ਨਾ, ਮੈਂ ਫਲਾਣੀ ਪਾਰਟੀ ਦਾ, ਮੈਂ ਫਲਾਣੀ ਧਿਰ ਦਾ ਹਾਂ, ਮੇਰੀ ਫਲਾਣੀ ਧਿਰ ਹੈ। ਤੇ ਉਹਨਾਂ ਧਿਰਾਂ ਦੇ ਉੱਤੇ ਬੜਿਆਂ ਨੂੰ ਮਾਣ ਹੁੰਦਾ। ਲੋਕ ਆਪਣੀਆਂ ਧਿਰਾਂ ਬਣਾਉਂਦੇ ਆ, ਆਪਣੇ ਧੀਆਂ ਪੁੱਤਾਂ ਦੇ ਵੀ ਰਿਸ਼ਤੇ ਸਰਬੰਧ ਉੱਥੇ ਕਰਦੇ ਆ ਵੀ ਜਿੱਥੇ ਕੋਈ ਚੰਗੀ ਧਿਰ ਬਣ ਜਾਏ, ਸਾਡੀ ਧਿਰ ਬਣੇ। ਤੇ ਜਿਨ੍ਹਾਂ ਦੀ ਕੋਈ ਧਿਰ ਨਹੀਂ ਉਹਨਾਂ ਨੇ ਧਰਿਆਂ ਦੀ ਧਿਰ, ਹੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੁਸੀਂ ਹੋਵੋਗੇ। ਤੁਸੀਂ ਨਿਧਰਿਆਂ ਦੀ ਧਿਰ ਹੋ। ਬਿਨ ਜੋਰ ਕੇ ਤੁਮ ਜੋਰ। ਪੰਜਵਾਂ ਵਰ ਦਿੱਤਾ, ਜਿਨ੍ਹਾਂ ਨੂੰ ਕੋਈ ਜ਼ੋਰ ਨਹੀਂ, ਜਿਨ੍ਹਾਂ ਨੂੰ ਕੋਈ ਤਾਣ ਨਹੀਂ, ਉਹਨਾਂ ਨਿਜੋਰਿਆਂ ਦੇ ਜ਼ੋਰ ਹੋਵੋਗੇ ਤੁਸੀਂ। ਜਿਨ੍ਹਾਂ ਦਾ ਕੋਈ ਜ਼ੋਰ ਨਹੀਂ, ਜਿਨ੍ਹਾਂ ਦਾ ਕੋਈ ਤਾਣ ਨਹੀਂ, ਉਹਨਾਂ ਨਿਜੋਰਿਆਂ ਦੇ ਜ਼ੋਰ ਹੇ ਗੁਰੂ ਅਮਰਦਾਸ ਸਾਹਿਬ ਜੀ ਤੁਸੀਂ ਹੋ। ਸਮ ਕੋ ਨਾ ਹੈ ਤੁਮ ਹੋਰ। ਛੇਵਾਂ ਵਰ ਦਿੱਤਾ, ਤੁਹਾਡੇ ਸਮਾਨ ਕੋਈ ਦੂਸਰਾ ਨਹੀਂ ਹੈ। 72 ਸਾਲ ਦੀ ਉਮਰ 'ਚ ਸੇਵਾ ਚਾਹੁੰਦੇ ਆ ਤੇ ਪੁੱਠੇ ਪੈਰੀ ਚੱਲ ਕੇ ਜਾਂਦੇ ਆ ਕਿ ਗੁਰੂ ਅੰਗਦ ਸਾਹਿਬ ਦੀ ਨਗਰੀ ਵੱਲ ਪਿੱਠ ਨਾ ਹੋਵੇ। 3-4 ਕੋਹ ਤੱਕ ਜਿਸ ਉਮਰ 'ਚ ਸਿੱਧੇ ਪੈਰੀ ਟੁਰਨਾ ਔਖਾ। 84 ਵਰ੍ਹਿਆਂ ਦੀ ਉਮਰ ਵਿੱਚ ਗੁਰਿਆਈ ਪ੍ਰਾਪਤ ਕਰਦੇ ਆ। ਮਹਾਰਾਜ ਗੁਰੂ ਅਮਰਦਾਸ ਸਾਹਿਬ ਨੂੰ ਕਹਿੰਦੇ ਤੁਹਾਡੇ ਵਰਗਾ ਕੋਈ ਹੋਰ ਨਹੀਂ। ਬਿਨ ਧੀਰ ਕੋ ਬਰ ਧੀਰ। ਸਤਵਾਂ ਵਰ ਦਿੱਤਾ, ਜਿਨ੍ਹਾਂ ਨੂੰ ਧੀਰਜ ਨਹੀਂ ਉਹਨਾਂ ਦੇ ਵਾਸਤੇ ਤੁਸੀਂ ਧੀਰਜ ਹੋਵੋਗੇ। ਜਿਨ੍ਹਾਂ ਦੇ ਨਧੀਰਜ, ਨਧੀਰਜ ਜਿਨ੍ਹਾਂ ਅੰਦਰ ਧੀਰਜ ਨਹੀਂ, ਜਿਨ੍ਹਾਂ ਅੰਦਰ ਠਰਮਾ ਨਹੀਂ, ਉਹਨਾਂ ਨਧੀਰਜਾਂ ਨੂੰ ਤੁਸੀਂ ਧੀਰਜ ਦੇਣ ਵਾਲੇ ਹੋਵੋਗੇ। ਸਭ ਪੀਰ ਕੇ ਵੱਡ ਪੀਰ। ਦੁਨੀਆ ਦੇ ਜਿਤਨੇ ਪੀਰ ਨੇ, ਇਹ 8ਵਾਂ ਵਰ ਦਿੱਤਾ, ਦੁਨੀਆ ਦੇ ਜਿਤਨੇ ਪੀਰ ਨੇ ਉਹਨਾਂ ਪੀਰਾਂ ਵਿੱਚੋਂ ਸਭ ਤੋਂ ਵੱਡੇ ਪੀਰ ਤੁਸੀਂ ਹੋ। ਪੀਰਾਂ ਵਿੱਚੋਂ ਸਭ ਤੋਂ ਵੱਡੇ ਪੀਰ ਤੁਸੀਂ ਹੋ। ਤੁਮ ਹੋ ਸੋ ਗਈ ਬਹੋੜ। ਜਿਨ੍ਹਾਂ ਦੀ ਚਲੀ ਗਈ ਹੈ, 9ਵਾਂ ਵਰ ਦਿੱਤਾ, ਜਿਨ੍ਹਾਂ ਦੀ ਗਈ ਹੈ ਪੱਤ, ਉਹਨਾਂ ਦੀ ਗਈ ਹੋਈ ਪੱਤ ਨੂੰ ਬਹੋੜ ਕੇ ਮੁੜ ਕੇ ਤਿਨਾਂ ਦੇ ਸਿਰ ਤੇ ਰੱਖਣ ਵਾਲੇ ਹੋ। ਮਹਾਰਾਜ ਤੁਸੀਂ ਨਿਪੱਤਿਆਂ ਦੇ ਪੱਤ ਹੋ, ਜਿਨ੍ਹਾਂ ਦੀ ਕਿਤੇ ਪੱਤ ਨਹੀਂ। ਹਾਂਜੀ। ਨਰ ਬੰਦ ਕੋ ਤੈ ਛੋੜ। ਫਿਰ ਵਰ ਦਿੱਤਾ, ਜਿਹੜੇ ਜੀਵ ਬੰਧਨ 'ਚ ਪਏ ਹੋਏ ਨੇ,
ਉਹਨਾਂ ਬੰਧਨ ਵਿੱਚ ਪਏ ਹੋਏ ਜੀਵਾਂ ਨੂੰ ਬੰਧਨ ਮੁਕਤ ਕਰਨ ਵਾਲੇ ਤੁਸੀਂ ਬੰਦੀ ਛੋੜ ਹੋ। ਘੜਪਨ ਬੇਸਮਰੱਥ, ਘੜਪਨ ਬੇਸਮਰੱਥ। 11ਵਾਂ ਵਰ ਦਿੱਤਾ, ਤੁਸੀਂ ਘਾੜਨ ਤੇ ਭੰਨਣ ਦੇ ਸਮਰੱਥ ਹੋ। ਸਭ ਕੁਝ ਬਣਾਉਣ ਵਾਲੇ ਵੀ ਹੋ ਤੇ ਸਭ ਕੁਝ ਢਾਣ ਵਾਲੇ ਵੀ ਹੋ। ਇਹ ਸਮਰੱਥਾ ਤੁਹਾਡੇ ਪਾਸ ਹੈ। ਜਗ ਜੀਵ ਕਾ ਤੁਮ ਹੱਥ। ਔਰ 12ਵਾਂ ਵਰ ਦਿੱਤਾ, ਸੰਸਾਰ ਦੇ ਸਮਸਤ ਜੀਵਾਂ ਦੀ ਰੋਜੀ ਤੁਹਾਡੇ ਹੱਥ ਵਿੱਚ ਹੈ। ਤੁਸੀਂ ਸੰਸਾਰ ਦੇ ਸਮਸਤ ਜੀਵਾਂ ਨੂੰ ਰੋਜੀ ਦੇਣ ਵਾਲੇ ਕਿ ਰੋਜ਼ੀ ਦੇਹੰਦ ਹੈ। ਸੰਸਾਰ ਦੇ ਸਮਸਤ ਜੀਵਾਂ ਨੂੰ ਰੋਜੀ ਦੇ ਕੇ ਪਾਲਣ ਵਾਲੇ ਹੋ। ਬਰ ਦੀਨ ਦਵਾਦਸ਼ ਹੇਰ। ਇਹ 12 ਵਰ, ਇਹ 12 ਵਰਦਾਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤੇ। ਸੋ ਪ੍ਰਸੰਨ ਹੋਏ ਬਡੇਰ। ਬੜੇ ਹੀ ਪ੍ਰਸੰਨ ਹੋਏ। ਧੰਨ ਗੁਰੂ ਅੰਗਦ ਸਾਹਿਬ ਬੜੇ ਹੀ ਪ੍ਰਸੰਨ ਹੋਏ, ਬੜੇ ਹੀ ਰੀਝੇ। ਗਰ ਸੰਗ ਲਾਵਨ ਕੀਨ। ਔਰ 12 ਸਾਲਾਂ ਵਿੱਚ ਪਹਿਲੇ ਦਿਨ ਆਏ ਸੀ। ਉਸ ਤੋਂ ਬਾਅਦ ਅੱਜ 12 ਵਰਿਆਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਘੁੱਟ ਕੇ ਗੁਰੂ ਅੰਗਦ ਸਾਹਿਬ ਨੇ ਆਪਣੀ ਗਲ ਬੱਕੜੀ ਚ ਲਿਆ ਹੈ। ਸਤਿ ਸ੍ਰੀ ਅਕਾਲ। ਸਿੱਖ ਉਡੀਕਦਾ ਹੈ ਇਸ ਘੜੀ ਨੂੰ। ਸਿੱਖ ਤਾਂਗਾ ਲਾ ਲਾ ਕੇ ਚਾਅ ਨਾਲ ਉਡੀਕਦਾ ਹੈ ਇਸ ਸਮੇਂ ਨੂੰ। ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹਿ ਕਬ ਗਲ ਲਾਵਹਿ ਗੇ। ਆਖਰਕਾਰ ਉਹ ਘੜੀ ਆਉਂਦੀ ਹੈ, ਚਾਹ ਤਾਂ ਹੋਵੇ। ਆ ਗਈ ਅੱਜ ਉਹ ਘੜੀ। ਗੁਰੂ ਅਮਰਦਾਸ ਸਾਹਿਬ ਜੀ ਨੂੰ ਘੁੱਟ ਕੇ ਗਲ ਵੱਕੜੀ ਚ ਲਿਆ ਹੈ। ਪੁਲਕਾਏ ਪ੍ਰੇਮ ਪ੍ਰਬੀਨ। ਪ੍ਰੇਮ ਦੇ ਵਿੱਚ ਅੰਗ ਅੰਗ ਪੁਲਕ ਗਿਆ ਹੈ, ਅੰਗ ਅੰਗ ਖਿੜ ਗਿਆ ਹੈ। ਮਮ ਰੂਪ ਭੇ ਮਿਲ ਅੰਗ। ਗੁਰੂ ਅੰਗਦ ਸਾਹਿਬ ਨੇ ਆਖਿਆ ਮੇਰੇ ਅੰਗਾਂ ਨਾਲ ਮਿਲ ਕੇ ਮੇਰਾ ਰੂਪ ਹੋ ਗਏ ਨੇ ਗੁਰੂ ਅਮਰਦਾਸ ਜੀ। ਉੱਚੀ ਗਰਜਵੀਂ ਆਵਾਜ਼ 'ਚ ਗੱਲ ਵੱਕੜੀ 'ਚ ਲੈ ਕੇ ਬੋਲਿਆ, ਆਖਿਆ ਇਹ ਮੇਰਾ ਰੂਪ ਹੋ ਗਏ ਹਨ। ਸਲਤਾ ਮਿਲੇ ਜਿਮ ਗੰਗ। ਜਿਵੇਂ ਕੋਈ ਨਦੀ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਰੂਪ ਹੋ ਜਾਂਦੀ ਹੈ, ਜਾਂ ਕੋਈ ਨਦੀ ਗੰਗਾ ਵਿੱਚ ਮਿਲ ਕੇ ਗੰਗ ਰੂਪ ਹੋ ਜਾਂਦੀ ਹੈ, ਇਉਂ ਇਹ ਮੇਰੇ ਵਿੱਚ ਮਿਲ ਕੇ ਮੇਰਾ ਰੂਪ ਹੋ ਗਏ ਨੇ। ਜਿਮ ਬੂੰਦ ਸਿੰਧ ਮਝਾਰ। ਜਿਵੇਂ ਕੋਈ ਬੂੰਦ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਰੂਪ ਹੋ ਜਾਂਦੀ ਹੈ, ਏਦਾਂ ਇਹ ਮੇਰੇ ਵਿੱਚ ਮਿਲ ਕੇ ਮੇਰਾ ਰੂਪ ਹੋ ਗਏ ਨੇ। ਤਿਮ ਏਕ ਰੂਪ ਹਮਾਰੇ। ਸਾਡਾ ਇੱਕੋ ਹੀ ਰੂਪ ਹੋ ਗਿਆ ਹੈ, ਮੇਰੇ ਔਰ ਇਹਨਾਂ ਵਿੱਚ ਕੋਈ ਭੇਦ ਨਹੀਂ ਰਿਹਾ। ਦੋਹਰਾ ਕਨਕਾ ਪਾਵਕ ਦੋ ਬਿਖੈ, ਮਿਲ ਸਰੂਪ ਇੱਕ ਹੋਏ। ਜਿਵੇਂ ਕੋਈ ਕਨਕਾ ਅੱਗ ਦੇ ਵਿੱਚ ਮਿਲ ਕੇ ਕਨੂਕਾਂ ਚੰਗਿਆੜਾ ਨਹੀਂ ਹੁੰਦਾ, ਉਹ ਅੱਗ ਦੇ ਵਿੱਚ ਮਿਲ ਕੇ ਅੱਗ ਰੂਪ ਹੋ ਜਾਂਦਾ ਹੈ। ਤਿਮ ਹਮ ਤੁਮ ਏਕੇ ਪਏ, ਭੇਦ ਨ ਜਾਣਿਆ ਕੋਏ। ਇਸੇ ਤਰ੍ਹਾਂ ਤੁਸੀਂ ਤੇ ਅਸੀਂ ਇੱਕ ਰੂਪ ਹੋ ਗਏ ਹਾਂ, ਹੁਣ ਕੋਈ ਭੇਦ ਨਾ ਜਾਣੇ ਸਾਡੇ ਦੋਨਾਂ ਵਿੱਚ। ਚੋਪਈ ਤੋ ਤਨ ਮੈਂ ਹੋਏ ਕਰ ਪਰਵੇਸ਼। हे ਗੁਰੂ ਅਮਰਦਾਸ ਜੀ, ਅਸੀਂ ਤੁਹਾਡੇ ਤਨ 'ਚ ਆਪਣੀ ਜੋਤ ਧਰ ਕੇ ਕਰਨੇ ਹੈ ਜਗ ਕਾਜ ਵਿਸ਼ੇਸ਼। ਜਗਤ ਦੇ ਬਹੁਤ ਸਾਰੇ ਵਿਸ਼ੇਸ਼ ਕਾਰਜ ਹੋਰ ਕਰਨੇ ਹਨ। ਤਿਮ ਪ੍ਰਸੰਨ ਇੱਕ ਰੂਪ ਬਣਾਇਓ। ਤਾਂ ਪ੍ਰਸੰਨ ਹੋ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣਾ ਹੀ ਰੂਪ ਕਰ ਲਿਆ। ਸਤਿਗੁਰ ਸੇਵ ਸਕਲ ਸਫਲਾਇਓ। ਸਤਿਗੁਰਾਂ ਦੀ ਕੀਤੀ ਸੇਵਾ ਸਫਲ ਹੋ ਗਈ। ਗੁਰ ਟਿਗ ਕਾਲ ਨਿਫਲ ਨ ਹੋਏ। ਭਾਈ ਗੁਰੂ ਸਾਹਿਬ ਕੋਲ ਕਾਲੀ ਘਾਲਣਾ ਨਿਸ਼ਫਲ ਨਹੀਂ ਜਾਂਦੀ, ਸਤਿਗੁਰਾਂ ਦੀ ਕੀਤੀ ਸੇਵਾ ਨਿਸ਼ਫਲ ਨਹੀਂ ਜਾਂਦੀ। ਪਾਂਚਿਤ ਪਾਏ ਕਰਤ ਭਾਜੋਏ। ਜਿਹੜਾ ਸੇਵਾ ਟਹਿਲ ਕਰਦਾ, ਜੋ ਚਾਹੁੰਦਾ ਉਹਨੂੰ ਗੁਰੂ ਘਰੋਂ ਪ੍ਰਾਪਤ ਹੋ ਜਾਂਦਾ। ਕਹਿ ਸ਼੍ਰੀ ਗੁਰ ਸਿਰ ਮੁਕਟੇ ਉਤਾਰਾ। ਤਾਂ ਕਹਿ ਕੇ ਗੁਰਦੇਵ ਨੇ ਜੋ ਗੁਰੂ ਅਮਰਦਾਸ ਜੀ ਦੇ ਸੀਸ ਤੇ ਵੱਡਾ ਮੁਕਟ ਸੀ ਨਾ 12, ਉਸ ਪਾਤਸ਼ਾਹ ਦੇ ਸਿਰੇ ਪਾਉ ਸੀਸ ਤੇ ਲਪੇਟੇ ਉਤਾਰੇ। ਬਰਕ ਇਕਾਦਸ਼ ਕੋ ਜੋ ਧਾਰਾ। ਜਿਹੜੇ ਪਿਛਲੇ 11 ਵਰਿਆਂ ਦੇ ਕਹਿੰਦੇ ਇਕਾਦਸ਼ ਸਿਰੇ ਪਾਉ ਸਾਨੂੰ ਮੁਕਟ ਲਾਇਆ। ਜਿਸ ਮੈਂ ਜੀਵ ਕੀਟਿ ਅਨਿਆਦ। ਬਹੁਤ
ਬਹੁਤ ਜੀਰਣ ਤੇ ਪੁਰਾਣੇ ਹੋ ਚੁੱਕੇ ਸਾਨੂੰ ਬਸਤਰ ਸੀਸ ਤੇ ਕਰਿਓ ਉਤਾਰ ਸੁਨਤ ਗੁਰਨਾਦ ਔਰ ਉਸੇ ਵੇਲੇ ਉਤਾਰ ਕੇ ਰੱਖ ਦਿੱਤਾ ਅੰਦਰ ਜਲ ਇਸ਼ਨਾਨ ਕਰਾਇਆ ਬੜਾ ਸੁੰਦਰ ਜਲ ਮੰਗਾ ਕੇ ਗੁਰੂ ਅਮਰਦਾਸ ਸਾਹਿਬ ਨੂੰ ਇਸ਼ਨਾਨ ਕਰਵਾਇਆ ਵਸਤਰ ਨਵੀਨ ਸਰਬ ਪਹਿਰਾਇਆ ਨਵੀਨ ਵਸਤਰ ਗੁਰੂ ਅਮਰਦਾਸ ਸਾਹਿਬ ਜੀ ਦੇ ਤਨ ਤੇ ਪਹਿਨਾਏ ਮੈਂ ਆਪਣੇ ਅਸਥਾਨ ਬਿਠਾਵਾਂ ਆਖਿਆ ਮੈਂ ਇਹਨਾਂ ਨੂੰ ਆਪਣੇ ਸਥਾਨ ਤੇ ਬਿਠਾਵਾਂਗਾ ਗੁਰਤਾ ਗਾਦੀ ਦੇ ਹਰ ਖਾਵਾਂ ਔਰ ਗੁਰਗੱਦੀ ਇਹਨਾਂ ਨੂੰ ਦੇਵਾਂਗੇ ਦੇ ਕੇ ਪ੍ਰਸੰਨ ਹੋਵਾਂਗੇ ਸਭ ਸੰਗਤ ਕੋ ਦੇਓ ਸੁਨਾਏ ਸਾਰੀ ਸੰਗਤ ਨੂੰ ਮਹਾਰਾਜ ਜੀ ਨੇ ਹੁਕਮ ਸੁਣਾਇਆ ਇਹੋ ਮੇਰੋ ਅਬ ਰੂਪ ਸੁਹਾਏ ਆਖਿਆ ਸਾਧ ਸੰਗਤ ਜੀ ਇਹ ਮੇਰਾ ਰੂਪ ਹਨ ਇਹਨਾਂ ਵਿੱਚ ਔਰ ਮੇਰੇ ਚ ਭੇਦ ਨਹੀਂ ਇਸ ਮੈਂ ਮੋਹ ਮੈਂ ਭੇਦ ਨ ਕੋਈ ਇਹਨਾਂ ਵਿੱਚ ਔਰ ਮੇਰੇ ਚ ਕੋਈ ਭੇਦ ਨਹੀਂ ਹੈ ਆਏ ਏਕ ਕੀ ਦੇਹ ਜੋ ਦੋਈ ਕਹਿੰਦੇ ਜੋਤ ਇੱਕੋ ਹੀ ਆ ਹੁਣ ਸਰੀਰ ਹੀ ਦੋ ਦਿਸ ਰਹੇ ਨੇ ਬਿਦਤ ਪਾਏ ਗੁਰ ਸੰਗਤ ਮਾਏ ਕਿਉਂ ਗੁਰੂ ਅਮਰਦਾਸ ਜੀ ਸਾਰੀ ਸੰਗਤ ਵਿੱਚ ਬਿਦਤ ਹੋ ਗਏ ਗੁਰ ਸ਼੍ਰੀ ਅਮਰ ਅਪਰ ਹੋਏ ਨਾਏ ਸਭ ਪਾਸੇ ਪਤਾ ਲੱਗ ਗਿਆ ਕਿ ਗੁਰੂ ਗੁਰੂ ਅਮਰਦਾਸ ਸਾਹਿਬ ਹਨ ਪੁਨ ਬੋਲੇ ਮੁਖ ਚੰਦ ਸੁਦਾਸੇ ਚੰਦਰਮਾ ਜੈਸੇ ਮੁਖੜੇ ਤੋਂ ਗੁਰੂ ਅੰਗਦ ਸਾਹਿਬ ਬੋਲੇ ਆਨੰਦ ਕੰਦ ਬਿਲੰਦ ਨਿਵਾਸੇ ਮਹਾਰਾਜ ਜੀ ਆਨੰਦ ਚ ਭਿੱਜੇ ਬੋਲੇ ਸੁਨ ਪੁਰਖਾ ਗ੍ਰਹਿ ਸੰਤਤ ਕਿਆ ਹੈ 12 ਸਾਲਾਂ ਬਾਅਦ ਅੱਜ ਪੁੱਛਿਆ ਪੁਰਖਾ ਘਰ ਚ ਸੰਤਾਨ ਕਿੰਨੀ ਹੈ ਬੱਚੇ ਕਿੰਨੇ ਨੇ ਤੁਹਾਡੇ ਦੋਇਤਾ ਪੁੱਤਰ ਪਏ ਸੋ ਕਹਾਂ ਹੈ ਤੁਹਾਡੇ ਪੁੱਤਰ ਤੇ ਜਿਹੜੇ ਤੁਹਾਡੀਆਂ ਧੀਆਂ ਨੇ ਕਿੱਥੇ ਹਨ ਹੱਥ ਜੋੜ ਕਰ ਬਿਨੇ ਬਖਾਨੀ ਹੱਥ ਜੋੜ ਕੇ ਗੁਰੂ ਅਮਰਦਾਸ ਸਾਹਿਬ ਬੋਲੇ ਸਭ ਰਾਵਰ ਕੋ ਗਿਆਤ ਮਾਨੀ ਮਹਾਰਾਜ ਤੁਸੀਂ ਸਭ ਕੁਝ ਜਾਣਦੇ ਹੋ ਤਦ ਜੋ ਪੁੱਛੋ ਸਮਝ ਅਨਜਾਨੇ ਫਿਰ ਵੀ ਜੇ ਅਣਜਾਣ ਬਣੇ ਪੁੱਛਦੇ ਹੋ ਕਹੋ ਸੁਨੋ ਗੁਣ ਖਾਨ ਮਾਨੇ ਮਹਾਰਾਜ ਆਪ ਜੀ ਨੂੰ ਦੱਸਦਾ ਹਾਂ ਆਪ ਜੀ ਸੁਣੋ ਦੋਏ ਪੁੱਤਰ ਹੈ ਮੋਹਨ ਮੋਹਰੀ ਮਹਾਰਾਜ ਦੋ ਪੁੱਤਰ ਨੇ ਇੱਕ ਦਾ ਨਾਮ ਮੋਹਨ ਤੇ ਦੂਜੇ ਦਾ ਨਾਮ ਮੋਹਰੀ ਹੈ ਵੈ ਤਨੀਆਂ ਸਭ ਕਿਰਪਾ ਤੋਰੀ ਔਰ ਆਪ ਜੀ ਦੀ ਦਇਆ ਨਾਲ ਦੋ ਧੀਆਂ ਹਨ ਸੁਨ ਬੋਲੇ ਸੁਨ ਪੁਰਖਾ ਅਬੇ ਮਹਾਰਾਜ ਜੀ ਸੁਣ ਕੇ ਫਿਰ ਬੋਲੇ ਕਹਿਣ ਲੱਗੇ ਪੁਰਖਾ ਸੁਣ ਹਿਤ ਲਾਇਕ ਤੋਏ ਪਾਖੋਂ ਸਬੇ ਜੋ ਤੁਹਾਡੇ ਲਾਇਕ ਆ ਉਹ ਦੱਸਦੇ ਹਾਂ ਅਬ ਖਡੂਰ ਕੋ ਬਸਬੋ ਹੁਣ ਛੋੜ ਤੁਸੀਂ ਖਡੂਰ ਸਾਹਿਬ ਵਿੱਚ ਵਸਣਾ ਛੱਡ ਕੇ ਅਪਰ ਸਥਾਨ ਬਾਸ ਕੋ ਟੋੜ ਹੋਰ ਜਗ੍ਹਾ ਤੇ ਆਪਣਾ ਨਿਵਾਸ ਕਰੋ ਟੋਲ ਕੇ ਸ੍ਰੀ ਨਾਨਕ ਮੋਏ ਦੀਨ ਗੁਰਾਈ ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਮੈਨੂੰ ਗੁਰਿਆਈ ਦਿੱਤੀ ਸੀ ਕਿਰਪਾ ਧਾਰ ਪੁਨ ਗਿਰਾ ਅਲਾਈ ਕਿਰਪਾ ਦੇ ਘਰ ਵਿੱਚ ਆ ਕੇ ਉਹਨਾਂ ਮੈਨੂੰ ਬਚਨ ਕਹੇ ਸਨ ਹਮ ਜੈ ਬਸੇ ਥਾਨ ਦਿਓ ਤਿਆਗ ਜਿੱਥੇ ਅਸੀਂ ਵਸਦੇ ਆ ਕਰਤਾਰਪੁਰ ਸਾਹਿਬ ਤੁਸੀਂ ਛੱਡ ਕੇ ਜਾਓ ਅਪਰ ਸਥਲ ਕਰ ਥਿਤ ਵੱਡ ਭਾਗ ਹੋਰ ਕਿਸੇ ਥਾਂ ਨੂੰ ਜਾ ਕੇ ਭਾਗ ਲਾਵੋ ਤਬ ਕੇ ਹਮ ਖਡੂਰ ਮੈਂ ਆਏ ਉਦੋਂ ਦੇ ਅਸੀਂ ਇੱਥੇ ਖਡੂਰ ਸਾਹਿਬ ਆਣ ਬਿਰਾਜੇ ਹਾਂ ਬਸਤੇ ਸੰਮਤ ਕਿਤਕ ਬਿਤਾਏ ਇੱਥੇ ਵਸ ਕੇ ਕਈ ਸਾਲ ਬਤੀਤ ਕੀਤੇ ਹਨ ਸ੍ਰੀ ਚੰਦ ਅਰ ਲਖਮੀ ਦਾ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਔਰ ਬਾਬਾ ਲਖਮੀ ਦਾਸ ਜੀ ਪਿਤ ਸਥਾਨ ਤਿਨ ਕਰਿਓ ਉਹ ਨਿਵਾਸ ਆਪਣੇ ਪਿਤਾ ਜੀ ਦੀ ਜਗ੍ਹਾ ਕਰਤਾਰਪੁਰ ਸਾਹਿਬ ਚ ਉਹਨਾਂ ਨੇ ਨਿਵਾਸ ਕੀਤਾ ਤੈਸੇ ਤੁਮ ਥਲ ਅਪਰ ਬਣਾਏ ਇਸੇ ਤਰ੍ਹਾਂ ਤੁਸੀਂ ਵੀ ਹੋਰ ਸਥਾਨ ਪ੍ਰਗਟ ਕਰੋ ਬਸੋ ਤਾਂ ਸਭ ਬਿਦ ਸੁਖ ਉੱਥੇ ਪਾਏ ਜਾ ਕੇ ਵਸ ਕੇ ਸਰਬ ਸੁਖ ਪ੍ਰਾਪਤ ਕਰੋ ਦਾਸੂ ਦਾਤੂ ਸਦਨ ਰਹੇਂਗੇ ਸਾਡੇ ਦੋਨੇ ਸਾਹਿਬਜ਼ਾਦੇ ਘਰ ਸਾਂਭ ਲੈਣਗੇ ਇੱਥੇ ਰਹਿਣਗੇ ਪਿਖੇ ਨਾ ਤੁਮ ਇਰਖਾਨੇ ਲਹੇਂਗੇ ਕਿ ਜੇ ਇੱਥੇ ਉਹਨਾਂ ਕੋਲ ਰਹੋਗੇ ਹੋ ਸਕਦਾ ਤੁਹਾਡੇ ਨਾਲ ਈਰਖਾ ਕਰਨ ਨਾਈ ਤਾਂ ਦੇਖ ਪ੍ਰਤਾਪ ਤਿਹਾਰੋ ਤਾਂ ਤੁਹਾਡਾ ਪ੍ਰਤਾਪ ਵੇਖਣਗੇ ਵੀ ਸਾਡੇ ਘਰ ਸੇਵਾ ਕਰਨ ਵਾਲਾ ਐਡਾ ਮਾਣ ਪ੍ਰਾਪਤ ਕਰ ਗਿਆ ਅਸੀਂ ਰਹਿ ਗਏ ਹਾਂਜੀ ਜਰੇ ਹਿਰਦੇ ਨੇ ਪਰੇ ਬਿਗਾਰੋ ਮਾੜ ਪਵੇਗਾ ਇੱਥੇ ਝਗੜਾ ਹੋਵੇਗਾ ਦੋਹਰਾ ਇਸ ਪ੍ਰਕਾਰ ਕੈ ਮ੍ਰਿਦੁਲ ਬਚ ਧੀਰਜ ਦਈ ਵਿਸਾਲ ਬਚਨ ਕਹਿ ਕੇ ਸਤਿਗੁਰੂ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਧੀਰਜ ਦਿੱਤਾ ਦਿਨ ਸੋ ਨਿਸਾ ਬਿਤਾਏ ਕੈ ਬੈਠੇ ਪਰਮ ਕਿਰਪਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਰਾਤ ਬਤੀਤ ਕੀਤੀ ਪਰਮ ਕਿਰਪਾਲੂ ਦਿਆਲੂ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਹੁਕਮ ਕਰਕੇ ਨਗਰ ਵਸਾ ਰਹੇ ਨੇ ਸ੍ਰੀ ਗੋਇੰਦਵਾਲ ਸਾਹਿਬ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ
ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ, ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ, ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹਿ ਬਨ ਆਵੈ, ਤੇਰੀ ਉਪਮਾ ਤੋਹਿ ਬਨ ਆਵੈ, ਤੇਰੀ ਉਪਮਾ ਤੋਏ ਬਨ ਆਵੈ, ਤੇਰੀ ਉਪਮਾ ਤੋਏ ਬਨ ਆਵੈ, ਤੇਰੀ ਉਪਮਾ